ਭੁਪਿੰਦਰ ਸਿੰਘ। ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ। ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਵੋ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ। ਤਰੁ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੱਖਣ ਅਰ ਗੁਜਰਾਤ ਹਿਤ ਕਰ ਵਿਚਾਰ ਮਨ ਮਾਹੇ। ਹੋਤੋ ਜੋਧਪੁਰ ਕੋ ਨਿਰਪਤ ਤਿਸ ਬੁਲਾਏ ਕਰ ਪਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਜੋ ਲੜੀਵਾਰ ਕਥਾ ਚੱਲ ਰਹੀ ਹੈ, ਗੁਰੂ ਹਰਿਰਾਏ ਸਾਹਿਬ ਦੇ ਸਮੇਂ ਦਾ ਉਹ ਇਤਿਹਾਸ ਜਦੋਂ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਬੜੀ ਉਥਲ ਪੁਥਲ ਹੋਈ ਸੀ ਔਰ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਧੋਖੇ ਨਾਲ ਕੈਦ ਵੀ ਕੀਤਾ ਤੇ ਹਿੰਦੁਸਤਾਨ ਦੀ ਬਾਦਸ਼ਾਹੀ ਸੰਭਾਲੀ ਸੀ, ਉਹ ਲੜੀਵਾਰ ਕਥਾ ਚੱਲ ਰਹੀ ਹੈ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਔਰੰਗਜ਼ੇਬ ਦਾ ਦੂਸਰੇ ਨੰਬਰ ਦਾ ਪੁੱਤਰ ਸ਼ੁਜਾ ਮੁਹੰਮਦ, ਜਿਹੜਾ ਬੰਗਾਲ, ਬਿਹਾਰ, ਯੂਪੀ 'ਤੇ ਕਬਜ਼ਾ ਕਰ ਗਿਆ ਔਰ ਕਾਂਸ਼ੀ ਦੇ ਵਿੱਚ ਬੈਠਾ ਸੀ ਅਤੇ ਉਸ ਨੂੰ ਖਦੇੜਨ ਵਾਸਤੇ ਬਾਦਸ਼ਾਹ ਸ਼ਾਹਜਹਾਨ ਔਰ ਉਸਦੇ ਪੁੱਤਰ ਦਾਰਾ ਸ਼ਿਕੋਹ ਨੇ ਰਾਜਾ ਜੈ ਸਿੰਘ ਕਛਵਾਏ ਨੂੰ ਭੇਜਿਆ। ਰਾਜਾ ਜੈ ਸਿੰਘ ਨੇ ਜਾ ਕੇ ਇਹੋ ਜਿਹੀ ਲੜਾਈ ਲੜੀ ਕਿ ਸ਼ੁਜਾ ਮੁਹੰਮਦ ਹਾਰ ਕੇ ਬੰਗਲਾਦੇਸ਼ ਵੱਲ ਦੌੜ ਗਿਆ ਅਤੇ ਰਾਜਾ ਜੈ ਸਿੰਘ ਨੇ ਬਿਹਾਰ, ਬੰਗਾਲ ਕਾਫੀ ਇਲਾਕਿਆਂ 'ਤੇ ਆਪਣੇ ਅਧਿਕਾਰ ਜਮਾ ਲਏ ਅਤੇ ਇਸ ਮੁਹਿੰਮ ਨੂੰ ਸਰ ਕਰਕੇ ਜਿਹੜੇ ਕੈਦੀ ਫੜੇ ਸਨ ਉਹਨਾਂ ਨੂੰ ਵੀ ਸਮਝਾਇਆ ਵੀ ਆਪਣੇ ਮਾਲਕ ਨੂੰ, ਸ਼ੁਜਾ ਮੁਹੰਮਦ ਨੂੰ ਆਖੋ ਵੀ ਬੰਦਾ ਬਣ ਕੇ ਪ੍ਰਬੰਧ ਵਿੱਚ ਬਾਦਸ਼ਾਹ ਦੇ ਪਿਤਾ ਦੇ ਤਾਬੇ ਵਿੱਚ ਰਹਿ ਕੇ ਰਾਜ ਕਰੀ ਚੱਲੇ ਅਤੇ ਬਾਦਸ਼ਾਹ ਬਣਨ ਦੇ ਸੁਪਨੇ ਅਜੇ ਨਾ ਲਵੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਸ਼ੁਜਾ ਮੁਹੰਮਦ ਦੀ ਬਗਾਵਤ ਨੂੰ ਇੱਕ ਵਾਰੀ ਕੁਚਲ ਕੇ ਹੁਣ ਦਾਰਾ ਸ਼ਿਕੋਹ ਨੇ ਆਪਣੇ ਦੂਸਰੇ ਭਾਈਆਂ ਨੂੰ ਕਾਬੂ ਕਰਨ ਵਾਸਤੇ ਮੁਹਿੰਮ ਚੜ੍ਹਾਈ ਹੈ। ਆਓ ਮੁਰਾਦ ਬਖਸ਼ ਦੇ ਨਾਲ ਕਿਵੇਂ ਜੰਗ ਹੋਇਆ, ਅੱਜ ਦੇ ਪ੍ਰਕਰਣ 'ਚ ਇਹ ਕਥਾ ਆਵੇਗੀ। ਸਾਰੀ ਸੰਗਤ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ
ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੱਖਣ ਅਰ ਗੁਜਰਾਤ ਹਿਤ। ਦੱਖਣ ਅਤੇ ਗੁਜਰਾਤ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਕਰ ਵਿਚਾਰ ਮਨ ਮਾਹੇ। ਬਾਦਸ਼ਾਹ ਸ਼ਾਹਜਹਾਨ ਤੇ ਦਾਰਾ ਸ਼ਿਕੋਹ ਨੇ ਪਿਓ ਪੁੱਤਰਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ। ਹੋਤੋ ਜੋਧਪੁਰ ਕੋ ਨਿਰਪਤ। ਜੋਧਪੁਰ ਦਾ ਜੋ ਰਾਜਾ ਸੀ ਤਿਸ ਬੁਲਾਏ ਕਰ ਪਾਹੇ। ਉਸ ਨੂੰ ਆਪਣੇ ਕੋਲ ਬੁਲਾਇਆ ਹੈ। ਚੌਪਈ ਸਾਦਰ ਕਹਿਓ ਦੇਖ ਸ਼ੁਭ ਨੈਣ। ਰਾਜੇ ਜਸਵੰਤ ਸਿੰਘ ਜੋਧਪੁਰੀਏ ਨੂੰ ਬੜੇ ਸਤਿਕਾਰ ਦੇ ਨਾਲ ਬਾਦਸ਼ਾਹ ਨੇ ਆਖਿਆ, ਕੋ ਜਸਵੰਤ ਸਿੰਘ ਸੁਨ ਬੈਨ। ਹੇ ਜਸਵੰਤ ਸਿੰਘ, ਇਹ ਸਾਡਾ ਹੁਕਮ ਹੈ, ਇਹ ਸਾਡੀ ਆਗਿਆ ਤੂੰ ਸੁਣ। ਕਰਹੁ ਕਾਜ ਗੁਜਰਾਤ ਸਿਧਾਰਹੁ। ਤੂੰ ਫੌਜਾਂ ਲੈ ਕੇ ਗੁਜਰਾਤ ਜਾ ਤੇ ਗੁਜਰਾਤ ਦੇ ਵਿੱਚ ਜੋ ਮੁਰਾਦ ਬਖਸ਼ ਨੇ ਬਗਾਵਤ ਦਾ ਝੰਡਾ ਖੜਾ ਕੀਤਾ ਹੈ ਉਸ ਨੂੰ ਕਾਬੂ ਕਰ। ਜੋ ਅਨੁਸਾਰ ਨ ਹੋਏ ਸੰਘਾਰਹੁ। ਜਿਹੜਾ ਵੀ ਤਾਬੇਦਾਰੀ ਨਹੀਂ ਕਬੂਲਦਾ, ਦਿੱਲੀ ਤਖਤ ਦੇ ਵਿਰੋਧ ਵਿੱਚ ਕੋਈ ਸੁਰ ਅਲਾਪਦਾ ਹੈ, ਉਸ ਨੂੰ ਕੁਚਲ ਦਿਓ, ਭਾਵੇਂ ਉਹ ਮੇਰਾ ਪੁੱਤਰ ਹੀ ਹੈ। ਜੇ ਲੋੜ ਪਵੇ ਤੇ ਮਾਰਨਾ ਵੀ ਪਵੇ ਤੇ ਜਾਨ ਤੋਂ ਮਾਰ ਦਿਓ, ਕਿਉਂਕਿ ਜਿਹੜਾ ਦੇਸ਼ ਦੇ ਖਿਲਾਫ, ਸਰਕਾਰ ਦੇ ਖਿਲਾਫ ਬਗਾਵਤ ਕਰਦਾ ਹੈ ਉਹ ਮੇਰਾ ਕੀ ਲੱਗਦਾ ਹੈ। ਇਸ ਤਰ੍ਹਾਂ ਬਾਦਸ਼ਾਹ ਨੇ ਆਪਣੇ ਪੁੱਤਰ ਮੁਰਾਦ ਬਖਸ਼ ਨੂੰ ਕੁਚਲਣ ਵਾਸਤੇ ਰਾਜਾ ਜਸਵੰਤ ਸਿੰਘ ਜੋਧਪੁਰੀਏ ਦੀ ਡਿਊਟੀ ਲਾਈ ਹੈ। ਜੋਧਾ ਮਹਾਬਲੀ ਤੂੰ ਅਹੈ। ਤੂੰ ਬੜਾ ਮਹਾਬਲੀ ਯੋਧਾ ਹੈ, ਕਈ ਲੜਾਈਆਂ ਜੰਗਾਂ ਦਾ ਜੇਤੂ ਹੈ ਭਾਈ ਜਸਵੰਤ ਸਿੰਘ। ਤੂੰ ਆਪਣੇ ਨਾਲ ਫੌਜ ਲੈ ਕੇ ਜਾ। ਰਾਜਪੂਤਨ ਮੈਂ ਬਿਦ ਤਿਉ ਰਹਾ। ਰਾਜਪੂਤਾਂ ਦੇ ਵਿੱਚ ਤੇਰੇ ਬਰਾਬਰ ਦਾ ਕੋਈ ਸੂਰਮਾ ਨਹੀਂ ਮੰਨਿਆ ਜਾਂਦਾ। ਤੂੰ ਰਾਜਪੂਤਾਂ ਵਿੱਚ ਬੜਾ ਸ਼੍ਰੋਮਣੀ ਸੂਰਮਾ ਜਾਣਿਆ ਜਾਂਦਾ ਹੈ। ਦੱਖਣ ਦਿਸ਼ ਤੇ ਕਰਤ ਕਰਾਈ। ਦੱਖਣ ਵਾਲੇ ਪਾਸੇ ਤਕੜਾਈ ਕਰ, ਦੱਖਣ ਦੇ ਇਲਾਕੇ ਵਿੱਚ ਫਤਿਹ ਕਰ ਜਾ ਕੇ। ਰੁਕ ਹੁਸੈਨ ਜੇ ਨੌ ਰੰਗ ਆਈ। ਔਰੰਗਜ਼ੇਬ ਦੀ ਫੌਜ ਵੀ ਉਧਰੋਂ ਆ ਰਹੀ ਦੱਖਣ ਵੱਲੋਂ ਤੇ ਗੁਜਰਾਤ ਦੇ ਵੱਲੋਂ ਮੁਰਾਦ ਬਖਸ਼ ਦੀ। ਇਹਨਾਂ ਦੋਵਾਂ ਭਰਾਵਾਂ ਦੀ ਬਗਾਵਤ ਨੂੰ ਤੂੰ ਕੁਚਲਣਾ ਹੈ। ਜੇ ਨਾ ਰੰਗ ਰਹਿ ਆਪਣੇ ਦੇਸ਼। ਜੇ ਔਰੰਗਜ਼ੇਬ ਆਪਣੇ ਦੇਸ਼ ਵਿੱਚ ਰਹਿੰਦਾ ਹੈ, ਜਾਹੋ ਮੁਰਾਦ ਬਖਸ਼ ਕੇ ਪੇਸ਼। ਭਾਵ ਔਰੰਗਜ਼ੇਬ ਕੋਈ ਗੜਬੜ ਨਹੀਂ ਕਰਦਾ, ਕੋਈ ਹਲਚਲ ਨਹੀਂ ਕਰਦਾ ਤੇ ਫਿਰ ਉਸ ਨੂੰ ਛੇੜਨ ਦੀ ਲੋੜ ਨਹੀਂ। ਪਰ ਮੁਰਾਦ ਬਖਸ਼ ਦੀਆਂ ਰਿਪੋਰਟਾਂ ਪਹੁੰਚ ਰਹੀਆਂ ਨੇ ਵੀ ਉਹਨੇ ਬਗਾਵਤ ਦੀ ਸੁਰ ਅਲਾਪਣੀ ਸ਼ੁਰੂ ਕਰ ਦਿੱਤੀ। ਸੋ ਜਿਹੜਾ ਬੰਦਾ ਬਗਾਵਤ ਦੀਆਂ ਗੱਲਾਂ ਸ਼ਰੇਆਮ ਕਰ ਰਿਹਾ, ਪਹਿਲਾਂ ਉਸ ਨੂੰ ਕੁਚਲੀਏ। ਹਾਲਾਂਕਿ ਮੁਰਾਦ ਬਖਸ਼ ਨੂੰ ਵੀ ਅੰਦਰ ਖਾਤੇ ਔਰੰਗਜ਼ੇਬ ਵੀ ਸ਼ਹਿ ਦੇ ਰਿਹਾ ਸੀਗਾ। ਉਹ ਇਹ ਕਹਿ ਰਿਹਾ ਸੀ ਵੀ ਤੂੰ ਬਾਦਸ਼ਾਹ ਬਣ ਜਾਈਂ, ਮੈਂ ਤੇ ਮੱਕੇ ਚਲੇ ਜਾਣਾ ਹੱਜ ਕਰਨ ਵਾਸਤੇ। ਉਧਰੋਂ ਸੁਜਾ ਮੁਹੰਮਦ ਨੂੰ ਕਹਿੰਦਾ ਸੀ ਵੀ ਤੂੰ ਬਾਦਸ਼ਾਹ ਬਣ ਜਾਈਂ, ਮੈਂ ਮੱਕੇ ਚਲੇ ਜਾਣਾ ਹੱਜ ਕਰਨ ਵਾਸਤੇ। ਅੰਦਰੋਂ ਇਹ ਚਾਹੁੰਦਾ ਸੀ ਵੀ ਇਹ ਸਾਰੇ ਲੜ ਕੇ ਮਰ ਖੱਪ ਜਾਣ, ਇਹਨਾਂ ਦੀ ਤਾਕਤ, ਇਹਨਾਂ ਦਾ ਜ਼ੋਰ ਲੱਗ ਜਾਵੇ, ਫਿਰ ਮੈਂ ਇਕੱਲਾ ਹੀ ਰਹਿ ਜਾਵਾਂਗਾ ਤੇ ਬਾਦਸ਼ਾਹ ਬਣਾਂਗਾ। ਹਾਂਜੀ, ਤਿਸ ਕੋ ਲੜਕਾ ਦੇਹੁ ਨਿਕਾਸ। ਹਾਂ, ਬਾਦਸ਼ਾਹ ਸ਼ਾਹਜਹਾਨ ਕਹਿੰਦਾ ਹੈ, ਹੇ ਜਸਵੰਤ ਸਿੰਘ, ਜੇ ਮੁਰਾਦ ਬਖਸ਼ ਅੱਗੋਂ ਲੜਾਈ ਕਰੇ, ਮੁਕਾਬਲਾ ਕਰੇ, ਉਹਦਾ ਰਾਜ ਭਾਗ ਖੋਹ ਲਓ ਤੇ ਉਹਨੂੰ ਦੇਸ਼ ਨਿਕਾਲਾ ਦੇ ਦਿਓ। ਕਹਿ ਗਹ ਲਿਆਵਹੁ ਹਮਰੇ ਪਾਸ। ਤੇ ਜੇ ਫੜਿਆ ਜਾਵੇ ਤੇ ਫੜ ਕੇ ਮੇਰੇ ਸਾਹਮਣੇ ਪੇਸ਼ ਕਰੋ। ਇਮ ਕਹਿ ਬਹੁਤ ਕਰੀ ਬਖਸ਼ੀਸ਼। ਇਸ ਤਰ੍ਹਾਂ ਸਾਧ ਸੰਗਤ ਜੀ ਕਹਿ ਕੇ ਬਾਦਸ਼ਾਹ ਸ਼ਾਹਜਹਾਨ ਨੇ, ਦਾਰਾ ਸ਼ਿਕੋਹ ਨੇ, ਕਿਉਂਕਿ ਸ਼ਾਹਜਹਾਨ ਤਾਂ ਮੰਜੇ ਤੇ ਪਿਆ ਸੀਗਾ, ਉੱਠ ਨਹੀਂ ਸੀ ਸਕਦਾ, ਬਹੁਤ ਚੰਗੀ ਤਰ੍ਹਾਂ ਬੋਲ ਵੀ ਨਹੀਂ ਸੀ ਸਕਦਾ। ਬਾਦਸ਼ਾਹ ਦੇ ਇਸ਼ਾਰੇ ਤੇ ਸਾਰਾ ਕੰਮ ਦਾਰਾ ਸ਼ਿਕੋਹ ਕਰਦਾ ਸੀ। ਦਾਰਾ ਸ਼ਿਕੋਹ ਨੇ ਜਸਵੰਤ ਸਿੰਘ ਨੂੰ ਬੜੇ ਸਰੂਪੇ, ਵਧੀਆ ਵਧੀਆ ਖਿਲਤ, ਬੜੀਆਂ ਵਧੀਆ ਸੁੰਦਰ ਤਲਵਾਰਾਂ, ਸ਼ਸਤਰ ਬਸਤਰ, ਚੰਗੇ ਜੰਗੀ ਘੋੜੇ, ਗਹਿਣਿਆਂ ਦੇ ਨਾਲ ਲੱਦ ਕੇ ਸਤਿਕਾਰ ਦੇ ਨਾਲ ਤੋਰਿਆ ਹੈ। ਅਰਖਤ ਹੋਏ ਕਰ ਦਿੱਲੀ ਈਸ਼। ਦਿੱਲੀ ਦੇ ਬਾਦਸ਼ਾਹ ਸ਼ਾਹਜਹਾਨ ਨੇ ਖੁਸ਼ੀ ਵਿੱਚ ਆ ਕੇ ਬਹੁਤ ਕੁਝ ਦਿੱਤਾ ਰਾਜਾ ਜਸਵੰਤ ਸਿੰਘ ਨੂੰ, ਤਾਂ ਕਿ ਰਾਜਾ ਜਸਵੰਤ ਸਿੰਘ ਇਸ ਮੁਹਿੰਮ ਨੂੰ ਤਨਦੇਹੀ ਨਾਲ ਨਿਭਾ ਸਕੇ। ਗਜ ਅਰਤ ਰੰਗ ਦਰਬ ਕੋ ਦੀਨ। ਬੜੇ ਹਾਥੀ ਘੋੜੇ, ਲੱਖਾਂ ਕਰੋੜਾਂ ਰੁਪਈਆ ਖਰਚੇ ਵਾਸਤੇ ਦਿੱਤਾ ਹੈ। ਜਰੇ ਜਵਾਹਰ ਕੰਚਨ ਭੀਨ। ਕਹਿੰਦੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਰਤਨ ਜਵਾਹਰਾਤ, ਹੀਰੇ ਮੋਤੀ ਜੜੇ ਹੋਏ ਸਨ, ਉਹ ਪਹਿਨਣ ਵਾਸਤੇ ਦਰਬਾਰ ਵਿੱਚ ਆਪ ਪਹਿਰਾਏ ਹਨ। ਮਹਾਰਾਜ ਕੋ ਕੀਨ ਖਿਤਾਬ। ਤੇ ਉਹਨੂੰ ਮਹਾਰਾਜੇ ਦਾ ਖਿਤਾਬ ਵੀ ਦਿੱਤਾ ਹੈ, ਰਾਜੇ ਤੋਂ ਮਹਾਰਾਜਾ ਬਣਾ ਦਿੱਤਾ ਹੈ। ਵੇ ਭੂਪ ਤਬ ਸਾਥ ਅਦਾਬ। ਰਾਜੇ
ਜਸਵੰਤ ਸਿੰਘ ਨੇ ਬੜੇ ਆਦਰ ਦੇ ਨਾਲ ਬਾਦਸ਼ਾਹ ਦੇ ਦਿੱਤੇ ਹੋਏ ਸਰੂਪੇ ਅੰਗੀਕਾਰ ਕੀਤੇ ਹਨ। ਆਪਣੋ ਕਾਸਮ ਖਾਂ ਉਮਰਾਵ, ਤੇ ਬਾਦਸ਼ਾਹ ਨੇ ਆਪਣਾ ਉਮਰਾਵ ਖਾਸ ਜਿਹੜਾ ਸੀ ਉਹਦਾ ਨਾਂ ਸੀ ਕਾਸਿਮ ਖਾਨ, ਦਿਓ ਸੰਗ ਕਰ ਲਰਨ ਬਨਾਵ, ਉਹ ਰਾਜੇ ਜਸਵੰਤ ਸਿੰਘ ਦੇ ਨਾਲ ਤੋਰਿਆ। ਜਸਵੰਤ ਸਿੰਘ ਨੂੰ ਕਿਹਾ ਵੀ ਕਾਸਿਮ ਖਾਨ ਮੇਰੇ ਵੱਲੋਂ ਤੇਰੇ ਨਾਲ ਰਹੇਗਾ, ਸਾਡੀ ਮੁਗਲੀਆ ਫੌਜ ਵੀ ਰਹੇਗੀ ਤੇ ਰਾਜਪੂਤਾਂ ਦੀ ਫੌਜ ਤੂੰ ਲੈ ਕੇ ਜਾਣੀ ਹੈ, ਜਾ ਕੇ ਮੁਰਾਦ ਬਖਸ਼ ਦੀ ਬਗਾਵਤ ਨੂੰ ਕੁਚਲ ਦੇਣਾ ਹੈ। ਤੋਪ ਤਪਕ ਜੰਬੂਰ ਜੰਜਾਲ, ਵੱਡੀਆਂ ਵੱਡੀਆਂ ਤੋਪਾਂ, ਜੰਬੂਰੇ, ਰਹਿਕਲੇ, ਜੰਜੈਲਾਂ ਦਿੱਤੀਆਂ ਹਨ। ਚਲਾ ਸੰਗ ਕੁੰਚਰ ਜਨਸੈਲ, ਬੜੇ ਬੜੇ ਵੱਡੇ ਹਾਥੀ ਏਦਾਂ ਤੁਰਦੇ ਆ ਜਿਵੇਂ ਪਹਾੜ ਤੁਰਦੇ ਜਾਂਦੇ ਹਨ। ਮਹਾਬਾਹਨੀ ਓਰੜ ਚਲੀ, ਬੜੀ ਭਾਰੀ ਫੌਜ, ਬੜੀ ਵੱਡਾ ਲਸ਼ਕਰ ਲੈ ਕੇ ਰਾਜਾ ਜਸਵੰਤ ਸਿੰਘ ਤੁਰਿਆ ਹੈ। ਮਨਹੁ ਲੋਹ ਕਟ ਵੱਡ ਕਲਮਲੀ, ਇੱਕ ਮਾਨੋ ਲੋਹੇ ਦੀ ਘਟਾਈ ਬਣ ਕੇ, ਕਾਲੀ ਘਟਾਈ ਬਣ ਕੇ ਆਈ ਹੁੰਦੀ, ਜਿਵੇਂ ਬੱਦਲਾਂ ਦੀ ਕਾਲੀ ਘਟਾ ਹੁੰਦੀ ਹੈ ਨਾ। ਰਾਜਾ ਜਸਵੰਤ ਸਿੰਘ ਤੇ ਕਾਸਿਮ ਖਾਨ ਦੀ ਫੌਜ ਇਸ ਤਰ੍ਹਾਂ ਹੈ ਮਾਨੋ ਲੋਹੇ ਦਾ ਬੱਦਲ ਚੱਲਿਆ ਹੋਵੇ, ਕਾਲੀ ਘਟਾ ਚੱਲੀ ਹੋਵੇ। ਪ੍ਰਥਮ ਮਾਲਵੇ ਮਹਿ ਚੱਲ ਗਏ, ਇਹ ਆਗਰੇ ਤੋਂ ਤੁਰ ਕੇ ਗਵਾਲੀਅਰ ਤੇ ਅੱਗੇ ਜਾਂਦੇ ਜਾਂਦੇ ਪਹਿਲਾਂ ਮਾਲਵੇ ਦੇਸ਼ 'ਚ ਪਹੁੰਚੇ ਹਨ। ਮਾਲਵਾ ਦੇਸ਼ ਉਜੈਨ ਦੀ ਨਗਰੀ, ਜਿੱਥੇ ਸਾਧ ਸੰਗਤ ਜੀ ਇੰਦੌਰ ਦਾ ਇਲਾਕਾ ਹੈ, ਲਾਗੇ ਹੀ ਉਜੈਨ ਹੈ, ਓਂਕਾਰੇਸ਼ਵਰ ਹੈ, ਇਹ ਸਾਰਾ ਇਲਾਕਾ ਇਸ ਨੂੰ ਮਾਲਵਾ ਕਹਿੰਦੇ ਨੇ। ਇੱਕ ਮਾਲਵਾ ਆਪਾਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਹੈ, ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਹੈ। ਪਹਿਲਾਂ ਇਸ ਦੇਸ਼ ਨੂੰ ਜੰਗਲ ਕਹਿੰਦੇ ਸਨ। 10ਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਜੰਗਲ ਸਾਡਾ ਮਾਲਵਾ ਹੈ। ਵੈਸੇ ਮਾਲਵਾ ਜਿਹੜਾ ਹੈ ਪਹਿਲਾ ਅਸਲ ਮਾਲਵਾ ਹੈ, ਉਹ ਉਜੈਨ ਦੀ ਧਰਤੀ ਦਾ ਹੈ। ਇੰਦੌਰ, ਓਂਕਾਰੇਸ਼, ਉਜੈਨ ਆਪਣੇ ਕਹਿ ਲਓ ਵੀ ਪੰਜਾਬ ਤੋਂ 1000 ਕਿਲੋਮੀਟਰ ਇਹ ਪੈਂਦਾ ਹੈ। ਦਿੱਲੀ ਤੋਂ 800-900 ਕਿਲੋਮੀਟਰ ਪੈਂਦਾ ਹੈ। ਉਜੈਨ ਦੀ ਜੋ ਧਰਤੀ ਹੈ, ਦੁਰਗ ਉਜੈਨ ਆਏ ਦੜਕਏ, ਆ ਕੇ ਰਾਜੇ ਜਸਵੰਤ ਸਿੰਘ ਨੇ ਉਜੈਨ ਦੇ ਕਿਲੇ ਤੇ ਕਬਜ਼ਾ ਕੀਤਾ ਹੈ। ਉੱਥੇ ਮਜ਼ਬੂਤੀ ਕੀਤੀ, ਉੱਥੋਂ ਦਾ ਪ੍ਰਬੰਧ ਦੇਖਿਆ ਵੀ ਅੱਗੇ ਲੜਨ ਜਾਣਾ ਹੈ, ਅੱਗੇ ਜੇ ਮੰਨ ਲਓ ਪੈਰ ਹਿੱਲ ਗਏ ਤੇ ਭੱਜ ਕੇ ਪਿੱਛੇ ਉਜੈਨ ਦੇ ਕਿਲੇ 'ਚ ਆਉਣਾ ਪਏਗਾ। ਇਸ ਤਰ੍ਹਾਂ ਇਹ ਕਿਲੇ ਪੱਕੇ ਕੀਤੇ ਹਨ। ਉਸ ਕਿਲੇ ਤੇ ਕਬਜ਼ਾ ਕੀਤਾ ਉਜੈਨ ਦੇ ਕਿਲੇ ਉੱਤੇ। ਪੁਨਹ ਨਰਬਦਾ ਕੋ ਦਰਿਆਓ, ਫਿਰ ਉਸ ਤੋਂ ਅੱਗੇ ਚੱਲੇ ਹਨ ਤੇ ਨਰਬਦਾ ਦਰਿਆ ਜਿਹੜਾ ਹੈ ਉਹ ਆਇਆ ਹੈ ਰਸਤੇ 'ਚ, ਨਰਬਦਾ ਨਦੀ ਆਈ ਹੈ। ਬੰਦੋਬਸਤ ਕੋ ਕੀਨ ਬਣਾਓ, ਨਰਮਦਾ ਨਦੀ ਦੇ ਉੱਤੇ ਪਾਰ ਲੰਘਣ ਦਾ ਬੰਦੋਬਸਤ ਕੀਤਾ ਹੈ। ਉੱਥੇ ਇਲਾਕੇ ਦੇ ਕਿਲੇ ਸਨ, ਚੌਂਕੀਆਂ ਸਨ, ਉਹ ਆਪਣੇ ਅਧੀਨ ਕੀਤੀਆਂ ਹਨ। ਫਿਰ ਦਰਿਆ ਪਾਰ ਕੀਤਾ ਹੈ। ਮਾਰਗ ਘਾਟ ਰੋਕੇ ਬੋਕੀਨੇ, ਜਿੰਨੇ ਰਸਤੇ ਸੀਗੇ ਨਦੀ ਦੇ ਉਹ ਸਾਰੇ ਰੋਕ ਦਿੱਤੇ ਹਨ। ਉਦੋਂ ਪੁਲ ਤਾਂ ਹੁੰਦੇ ਨਹੀਂ ਸੀ, ਬੇੜੀਆਂ ਦੇ ਪੁਲ ਹੁੰਦੇ ਸਨ। ਦਰਿਆਵਾਂ ਦੇ ਉੱਤੇ ਬੇੜੀਆਂ ਦੇ ਜਿਹੜੇ ਪੁਲ ਸਨ ਉਹ ਆਪਣੇ ਕਬਜ਼ੇ 'ਚ ਕੀਤੇ ਤੇ ਫੌਜਾਂ ਲਾਈਆਂ। ਮੰਨ ਲਓ ਜੇ ਮੁਰਾਦ ਬਖਸ਼ ਆਵੇ ਚੜ੍ਹ ਕੇ ਤੇ ਉਹ ਦਰਿਆ ਪਾਰ ਕਰਨ ਲੱਗੇ ਤੇ ਉਹ ਪਾਰ ਕਰ ਨਾ ਸਕੇ। ਉਹਦੀਆਂ ਰਸਤੇ ਦੇ ਵਿੱਚ ਦਰਿਆ ਚੜ੍ਹਿਆ ਹੋਵੇ, ਬੇੜੀਆਂ ਉਹਨੇ ਖੋਲ੍ਹ ਉਹਦੇ ਕੋਲੋਂ ਤਾਂ ਕਿ ਉਹ ਉੱਥੇ ਪਾਰ ਲੰਘ ਕੇ ਉਜੈਨ ਨਾ ਜਾ ਸਕੇ, ਦਿੱਲੀ ਨਾ ਜਾ ਸਕੇ। ਇਸ ਤਰ੍ਹਾਂ ਸਾਰੇ ਰਸਤੇ ਜਿਹੜੇ ਨੇ ਆਪਣੇ ਕੰਟਰੋਲ 'ਚ ਕੀਤੇ ਹਨ ਰਾਜਾ ਜਸਵੰਤ ਸਿੰਘ ਨੇ। ਬ੍ਰਿੰਦ ਸੈਨਿਕ ਹੋ ਡੇਰਾ ਦੀਨੇ, ਔਰ ਸਾਰੀਆਂ ਫੌਜਾਂ ਦੇ ਡੇਰੇ ਲਵਾਏ ਨੇ, ਛਾਉਣੀਆਂ ਪਾ ਦਿੱਤੀਆਂ ਨੇ ਮਾਲਵੇ ਦੇਸ਼ ਵਿੱਚ, ਨਰਮਦਾ ਦੇ ਕੰਢੇ ਤੇ, ਅਤੇ ਫਿਰ ਗੁਜਰਾਤ ਵਾਲੇ ਪਾਸੇ ਮੂੰਹ ਕੀਤਾ ਹੈ। ਕਾਸਮ ਖਾਨ ਤੇ ਹੀ ਥਲ ਛੋਰਾ, ਤੇ ਕਾਸਿਮ ਖਾਨ ਨੂੰ ਉੱਥੇ ਨਰਮਦਾ ਦੇ ਇਲਾਕੇ ਛੱਡ ਦਿੱਤਾ ਵੀ ਤੂੰ ਇੱਥੇ ਰਹਿਣਾ। ਮੰਨ ਲਓ ਮੈਨੂੰ ਕਿਤੇ ਭਾਜ ਪੈਂਦੀ ਹੈ ਜਾਂ ਮੈਨੂੰ ਕੋਈ ਤੇਰੀ ਮਦਦ ਦੀ ਲੋੜ ਪੈਂਦੀ ਹੈ ਤੇ ਤੂੰ ਤਿਆਰ ਰਵੀਂ। ਹਾਂਜੀ, ਚੱਲਿਓ ਮੁਰਾਦ ਬਖਸ਼ ਕੀ ਔਰਾ, ਆਪ ਰਾਜਾ ਜਸਵੰਤ ਸਿੰਘ ਜੋਧਪੁਰੀਆ ਮੁਰਾਦ ਬਖਸ਼ ਵਾਲੇ ਪਾਸੇ ਤੁਰ ਪਿਆ ਫੌਜਾਂ ਲੈ ਕੇ। ਬੀਜਾਪੁਰ ਮਹਿ ਆਦਰ ਖਾਨ, ਸਾਧ ਸੰਗਤ ਜੀ ਅੱਗੇ ਰਸਤੇ 'ਚ ਇੱਕ ਬੀਜਾਪੁਰ ਨਗਰੀ ਹੈ। ਬੀਜਾਪੁਰ ਦੇ ਵਿੱਚ ਆਦਲ ਖਾਂ ਰਾਜ ਕਰਦਾ ਸੀ। ਫਤੋ ਮਵਾਸ ਦੁਰਗ ਬੱਡ ਥਾਨ, ਉਹ ਉੱਥੇ ਆਕੀ ਸੀਗਾ। ਬੀਜਾਪੁਰ ਦੇ ਵਿੱਚ ਆਦਲ ਖਾਂ ਬਹੁਤ ਵੱਡਾ ਯੋਧਾ, ਬੜਾ ਵੱਡਾ ਜੰਗਾਂ ਦਾ ਜੇਤੂ ਮੰਨਿਆ ਜਾਂਦਾ ਸੀ। ਸ਼ਿਵਾਜੀ ਮਰਹੱਟੇ ਨਾਲ ਵੀ ਉਹਦੀ ਕਈ ਗੱਲਾਂ ਜ਼ਿਕਰ ਆਉਂਦਾ ਹੈ। ਆਦਲ ਖਾਂ ਜਿਹੜਾ ਸੀ ਉਹ ਬੀਜਾਪੁਰ ਦੇ ਵਿੱਚ ਰਾਜ ਕਰਦਾ ਸੀ।
ਕਹਿੰਦੇ ਉਹਦਾ ਵੀ ਹੌਸਲਾ ਟਹਿ ਗਿਆ। ਆਦਿਲ ਖਾਨ ਨੂੰ ਵੀ ਲੱਗਾ ਵੀ ਮੈਂ ਇਹਦੇ ਨਾਲ ਲੜ ਕੇ ਜਿੱਤ ਨਹੀਂ ਸਕਦਾ। ਉਸ ਨੇ ਆਪਣਾ ਸਾਹਸ ਛੱਡ ਦਿੱਤਾ ਤੇ ਉਹਦੇ ਅੱਗੇ ਗੋਡੇ ਟੇਕ ਦਿੱਤੇ। ਦੀਏ ਰਜਤਪਣ ਆਨ ਅਕੌਰ। ਬੀਜਾਪੁਰ ਦੇ ਕਿਲੇ ਤੋਂ ਬਾਹਰ ਨਿਕਲ ਕੇ ਕਈ ਲੱਖ ਰੁਪਈਆ ਉਹਨੇ ਰਾਜਾ ਜਸਵੰਤ ਸਿੰਘ ਦੇ ਭੇਟਾ ਕੀਤਾ। ਦੋਹਰਾ ਜਸਵੰਤ ਸਿੰਘ ਪਤ ਜੋਧਪੁਰ। ਪਰ ਜਸਵੰਤ ਸਿੰਘ ਜੋ ਜੋਧਪੁਰ ਦਾ ਰਾਜਾ ਹੈ, ਹਿਰਦੇ ਵਿਖੇ ਹਰ ਖਾਏ। ਬੜਾ ਖੁਸ਼ ਹੋਇਆ ਵੀ ਮੈਨੂੰ ਪ੍ਰਮਾਤਮਾ ਸਫਲਤਾ ਦੇ ਰਿਹਾ ਹੈ। ਪਹਿਲਾਂ ਉਜੈਨ ਦਾ ਕਿਲਾ ਕਬਜ਼ੇ ਕੀਤਾ, ਫਿਰ ਨਰਬਦਾ ਦੇ ਕਬਜ਼ਾ ਕੀਤਾ, ਉਸ ਇਲਾਕਾ ਸਾਰਾ ਮਾਲਵੇ ਦਾ ਅਧੀਨ ਕਰਕੇ ਬੀਜਾਪੁਰ ਦੇ ਉੱਤੇ ਵੀ ਆਪਣਾ ਕਬਜ਼ਾ ਕਰ ਲਿਆ। ਇਸ ਗੱਲ ਦੀ ਬੜੀ ਖੁਸ਼ੀ ਹੋਈ ਰਾਜੇ ਨੂੰ। ਲਿਖ ਕੇ ਖਤ ਪਠਾਵਨ ਕਰਿਓ। ਤੇ ਫਿਰ ਉਸ ਨੇ ਚਿੱਠੀ ਲਿਖੀ ਹੈ ਸ਼ਾਹ ਜਹਾਂ ਜਿਸ ਥਾਏ। ਕਿ ਬਾਦਸ਼ਾਹ ਸ਼ਾਹਜਹਾਨ ਆਗਰੇ 'ਚ ਬੈਠਾ, ਉਹਨੂੰ ਜਾ ਕੇ ਦੱਸੋ ਵੀ ਮੈਂ ਇਹ ਕੰਮ ਕਰ ਲਏ ਹਨ। ਉੱਥੋਂ ਦੀਆਂ ਰਿਪੋਰਟਾਂ ਜਿਹੜੀਆਂ ਸਨ ਸਾਰੀਆਂ ਆਪਣੀ ਸਫਲਤਾ ਦੀਆਂ, ਕਾਮਯਾਬੀ ਦੀਆਂ ਭੇਜੀਆਂ ਹਨ ਲਿਖ ਕੇ। ਚੌਪਈ ਸੁਣ ਕੇ ਸੁਧ ਸਗਰੀ ਬਿਗਸਾਈ। ਰਾਜੇ ਜੈ ਸਿੰਘ ਦੀ ਸਫਲਤਾ ਦੀ ਖਬਰ ਆਗਰੇ ਪਹੁੰਚੀ। ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ। ਸ਼ਾਹ ਜਹਾਂ ਤਬ ਇਮ ਠਹਿਰਾਈ। ਬਾਦਸ਼ਾਹ ਸ਼ਾਹਜਹਾਨ ਨੇ ਇਸ ਤਰ੍ਹਾਂ ਮਨ ਵਿੱਚ ਜਾਣਿਆ ਇਹਾਂ ਆਗਰੇ ਨਗਰ ਮਝਾਰੇ। ਕਿ ਇੱਥੇ ਹੁਣ ਮੈਨੂੰ ਆਗਰੇ ਰਹਿਣ ਦੀ ਲੋੜ ਨਹੀਂ, ਮੈਂ ਹੁਣ ਦਿੱਲੀ ਚਲਾ ਜਾਵਾਂ। ਕਿਉਂਕਿ ਬਿਮਾਰ ਸੀ, ਮੰਜੇ ਤੇ ਪਿਆ ਸੀ। ਉੱਥੇ ਕਈ ਮਹੀਨਿਆਂ ਤੋਂ ਜਦੋਂ ਸ਼ਾਹ ਮੁਹੰਮਦ ਤੇ ਚੜ੍ਹਾਈ ਕੀਤੀ ਸੀ ਉਦੋਂ ਦਾ ਆਗਰੇ ਹੀ ਬੈਠਾ ਸੀਗਾ ਤੇ ਬਹੁਤ ਔਖਾ ਸੀ। ਮੰਜੇ ਤੇ ਲੰਮਾ ਪਿਆ ਰਹਿਣਾ, ਹਰ ਵੇਲੇ ਬਹਿ ਵੀ ਨਹੀਂ ਸੀ ਸਕਦਾ। ਖਾਣਾ ਪੀਣਾ ਵੀ ਬੜਾ ਮੁਸ਼ਕਲ ਸੀਗਾ। ਨਹਾਉਣਾ ਧੋਣਾ ਤਾਂ ਬਹੁਤ ਦੂਰ ਦੀ ਗੱਲ ਸੀ। ਨੌਕਰ ਚਾਕਰੀ ਸਰੀਰ ਦੀ ਕਿਰਿਆ ਸਾਂਭਦੇ ਸਨ। ਇੰਨਾ ਔਖਾ ਸੀ। ਕਹਿਣ ਲੱਗਾ ਮੈਨੂੰ ਦਿੱਲੀ ਲੈ ਚੱਲੋ। ਹਵਾ ਮਾਫਕਤ ਨਹੀਂ ਹਮਾਰੇ। ਕਹਿਣ ਲੱਗਾ ਆਗਰੇ ਦੀ ਹਵਾ ਮੈਨੂੰ ਮਾਫਕ ਨਹੀਂ, ਇੱਥੋਂ ਦਾ ਹਵਾ ਪਾਣੀ ਮੇਰੇ ਸਰੀਰ ਦੇ ਅਨੁਕੂਲ ਨਹੀਂ ਹੈ। ਜਾਂ ਤੇ ਦਿੱਲੀ ਚਲਬੋ ਬਨ ਹੈ। ਇਸ ਕਰਕੇ ਦਿੱਲੀ ਚੱਲਦੇ ਆ, ਮੈਨੂੰ ਦਿੱਲੀ ਲੈ ਚੱਲੋ। ਬਦਤ ਜਾਤ ਬਿਮਾਰੀ ਤਨ ਹੈ। ਬਿਮਾਰੀ ਵੱਧਦੀ ਜਾ ਰਹੀ ਹੈ, ਮੈਂ ਦਿਨੋਂ ਦਿਨ ਬਿਮਾਰ ਹੋ ਰਿਹਾ, ਮੇਰਾ ਇੱਥੇ ਸਰੀਰ ਠੀਕ ਨਹੀਂ ਰਹਿਣਾ, ਦਿੱਲੀ ਲੈ ਚੱਲੋ ਮੈਨੂੰ। ਆਗਰੇ ਤੋਂ ਦਿੱਲੀ ਜਾਣ ਦੀ ਜਦੋਂ ਇਹਨੂੰ ਜਸਵੰਤ ਸਿੰਘ ਦੀਆਂ ਕਾਮਯਾਬੀ ਦੀਆਂ ਖਬਰਾਂ ਮਿਲੀਆਂ, ਉਧਰੋਂ ਪਹਿਲਾਂ ਰਾਜੇ ਜੈ ਸਿੰਘ ਦੀ ਖਬਰ ਮਿਲੀ ਸੀ ਵੀ ਉਹਨੇ ਸ਼ਾਹ ਮੁਹੰਮਦ ਦੀ ਬਗਾਵਤ ਕੁਚਲ ਦਿੱਤੀ ਹੈ, ਬੰਗਾਲ ਤੱਕ ਭਜਾ ਦਿੱਤਾ ਉਸ ਨੂੰ। ਉਧਰੋਂ ਵੀ ਬੇਫਿਕਰ ਹੋ ਗਿਆ ਸੀ। ਹੁਣ ਇੱਧਰੋਂ ਰਾਜੇ ਜੈ ਸਿੰਘ ਦੀਆਂ ਕਾਮਯਾਬੀਆਂ ਦੀ ਖਬਰ ਆਈ। ਸੋਚਦਾ ਵੀ ਮੈਂ ਹੁਣ ਆਗਰੇ ਕੀ ਕਰਾਂਗਾ, ਮੈਂ ਦਿੱਲੀ ਚੱਲਦਾ। ਆਪਣੇ ਨੌਕਰਾਂ ਨੂੰ, ਆਪਣੇ ਪੁੱਤਰ ਦਾਰਾ ਸ਼ਿਕੋਹ ਨੂੰ ਕਹਿੰਦਾ ਮੈਨੂੰ ਹੁਣ ਦਿੱਲੀ ਲੈ ਚੱਲੋ, ਮੈਨੂੰ ਇੱਥੋਂ ਦਾ ਹਵਾ ਪਾਣੀ ਆਬੋ ਹਵਾ ਠੀਕ ਨਹੀਂ ਜਾਪਦਾ। ਦਾਰਾ ਸ਼ਿਕੋਹ ਸਮਝਦਾ ਸੀ ਵੀ ਜੇ ਮੇਰੇ ਪਿਓ ਨੂੰ ਇੱਥੋਂ ਮੈਂ ਲੈ ਗਿਆ ਦਿੱਲੀ ਤੇ ਆਗਰਾ ਅਜੇ ਨੇੜੇ ਹੈ ਦੁਸ਼ਮਣ ਦੇ, ਤੇ ਆਗਰੇ ਬੈਠੇ ਹੋਣ ਕਰਕੇ ਉਹਨੂੰ ਥੋੜ੍ਹਾ ਜ਼ਿਆਦਾ ਡਰ ਹੈ। ਜੇ ਪਿੱਛੇ ਹਟੇਗਾ ਬਾਦਸ਼ਾਹ ਤੇ ਦੁਸ਼ਮਣ ਦਾ ਹੌਸਲਾ ਵਧੇਗਾ। ਇਸ ਕਰਕੇ ਉਹ ਦਾਰਾ ਸ਼ਿਕੋਹ ਰਾਜਨੀਤੀ ਦੇ ਪੱਖ ਤੋਂ, ਮੋਰਚੇਬੰਦੀ ਦੇ ਪੱਖ ਤੋਂ ਦਿੱਲੀ ਲਿਜਾਣਾ ਨਹੀਂ ਸੀ ਚਾਹੁੰਦਾ। ਉਹ ਫਰੇਬ ਕਰਕੇ ਪਿਤਾ ਜੀ ਤੁਹਾਨੂੰ ਇੱਥੇ ਰਹਿਣਾ ਚਾਹੀਦਾ, ਅੱਬਾ ਜਾਨ ਤੁਹਾਨੂੰ ਇੱਥੇ ਰਹਿਣਾ ਚਾਹੀਦਾ, ਇੱਦਾਂ ਕਹਿ ਕੂ ਕੇ ਕਈ ਮਹੀਨੇ ਰੋਕੀ ਰੱਖਿਆ। ਕਰੇ ਠਿਕਾਵਨ ਕੇ ਤੱਕ ਦਿਨ ਕਾ। ਕੁਝ ਦਿਨ ਰੋਕੀ ਰੱਖਿਆ, ਨਹੀਂ ਅਜੇ ਨਹੀਂ ਜਾਣਾ, ਅਜੇ ਆਪਾਂ ਰਹੀਏ। ਕੋਈ ਨਾ ਕੋਈ ਬਹਾਨਾ ਕਰਕੇ ਆਪਣੇ ਪਿਓ ਨੂੰ, ਬਾਦਸ਼ਾਹ ਨੂੰ ਰੋਕੀ ਰੱਖਿਆ। ਪੁਨਹ ਦਿਓਸ ਇੱਕ ਕੀਨਸ ਤਿਆਰੀ। ਫਿਰ ਇੱਕ ਦਿਨ ਬਾਦਸ਼ਾਹ ਖੇੜੇ ਪੈ ਗਿਆ, ਮੈਂ ਨਹੀਂ ਰਹਿਣਾ। ਹੁਣ ਉਹ ਬਾਦਸ਼ਾਹ ਸੀ, ਹੁਕਮ ਤਾਂ ਉਹਦਾ ਮੰਨਣਾ ਹੀ ਪੈਣਾ ਸੀ, ਭਾਵੇਂ ਉਹ ਮੰਜੇ ਦੇ ਪਿਆ ਸੀ। ਤਿਆਰੀ ਕੀਤੀ ਇਹਨਾਂ ਨੇ। ਗਮਨਿਓ ਰਾਜਧਾਨੀ ਨਿਜ ਪਿਆਰੀ। ਆਪਣੀ ਪਿਆਰੀ ਰਾਜਧਾਨੀ ਦਿੱਲੀ ਵੱਲ ਤੁਰ ਪਿਆ। ਸਨੇ ਸਨੇ ਜਮਨਾ ਜਲ ਮਾਹੂ। ਹੁਣ ਹੋਰ ਤਾਂ ਇਹਦੀ ਕੋਈ ਸਵਾਰੀ ਨਹੀਂ ਸੀ, ਮੰਜੇ ਤੇ ਰਹਿੰਦਾ ਸੀ ਤੇ ਮੰਜੇ ਤੇ ਇਹਨੂੰ ਹੋਰ ਕਿਸੇ ਤਰੀਕੇ ਨਾਲ ਜਾਣਾ ਦਿੱਲੀ ਔਖਾ ਸੀ। ਨਾ ਹਾਥੀ ਤੇ, ਨਾ ਪਾਲਕੀ ਵਿੱਚ, ਤੇ ਨਾ ਘੋੜੇ ਦੀ ਸਵਾਰੀ ਤਾਂ ਬੜੀ ਦੂਰ ਦੀ ਗੱਲ, ਤੁਰ ਫਿਰ ਨਹੀਂ ਸੀ ਸਕਦਾ। ਕਿਸ਼ਤੀ ਦੇ ਵਿੱਚ ਪਾ ਕੇ ਜਮਨਾ ਦੇ ਪਾਣੀ ਵਿੱਚ ਇਹ ਤੁਰਦੇ ਸੀ। ਭਾਵੇਂ ਕਿ ਜਾਣਾ ਸੌਖਾ ਹੈ ਉੱਧਰ ਆਗਰੇ ਵੱਲ, ਆਗਰੇ ਤੋਂ ਦਿੱਲੀ ਵੱਲ ਆਉਣਾ ਪਾਣੀ ਚੜ੍ਹਦੇ ਨੂੰ ਜਾਣਾ ਪੈਂਦਾ ਹੈ, ਪਰ ਸਾਰੇ ਬੰਦੋਬਸਤ ਇਹਨਾਂ ਨੇ ਕੀਤੇ। ਵੱਡੇ ਬਾਦਸ਼ਾਹ ਦੇ ਕੰਮ ਸਨ। ਜਮਨਾ ਦੇ ਵਿੱਚ ਇਹਨਾਂ ਨੇ ਆਪਣਾ ਬੇੜਾ ਪਾ ਲਿਆ। ਨਵਕਾ ਪਰ ਚੜ੍ਹ ਕਰ ਨਰਨਾਹੂ। ਸ਼ਾਹੀ ਕਿਸ਼ਤੀ ਜਿਹੜੀ ਸੀ, ਜਿਹਦੇ ਉੱਤੇ ਬੜੀ ਸੁੰਦਰ ਚਿੱਤਰਕਾਰੀ ਕੀਤੀ ਹੋਈ, ਬੜੇ ਸੁੰਦਰ ਵਿੱਚ ਕਮਰੇ ਬਣੇ ਹੋਏ,
ਬਾਦਸ਼ਾਹ ਦਾ ਸਾਰਾ ਸੁੱਖ ਆਰਾਮ ਦਾ ਸਾਧਨ ਸੀ ਜੋ ਉਹਨਾਂ ਦੇ ਵਿਚਕਾਰ ਉਹ ਕਿਸ਼ਤੀ ਰੋੜੀ ਹੈ। ਸਨੇ ਸਨੇ ਗਮਨੇ ਦਿਨ ਤੀਨ, ਕਹਿੰਦੇ 3 ਦਿਨ ਇਹ ਆਗਰੇ ਤੋਂ ਤੁਰੇ, ਹੌਲੇ ਹੌਲੇ ਰੋਜ਼ 25 30 50 ਮੀਲ ਤੁਰਦੇ ਸਨ ਤੇ ਤੁਰੇ ਆਉਂਦੇ ਹਨ। ਕਿਤਕ ਕੋਸ ਪਰ ਡੇਰਾ ਕੀਨ, ਕੁਝ ਮੀਲ ਤੇ ਆ ਕੇ ਡੇਰਾ ਕੀਤਾ ਹੈ। ਇਤਨੇ ਮਹਿ ਸੁਧ ਪਹੁੰਚੀ ਆਏ, 3 ਦਿਨ ਦਾ ਸਫ਼ਰ ਹੋਇਆ ਸੀ ਜੀ। ਦਿੱਲੀ ਨਹੀਂ ਸੀ ਪਹੁੰਚੇ, ਦਿੱਲੀ ਦੇ ਤੇ ਆਗਰੇ ਦੇ ਵਿਚਕਾਰ ਕਹਿ ਲਓ, ਮਥੁਰਾ ਤੋਂ ਉਹਨਾਂ ਥੋੜਾ ਜਿਹਾ ਪਹੁੰਚੇ ਸਨ ਕਿ ਇੱਕ ਖਬਰ ਆਈ ਹੈ। ਦਰਿਓ ਮੁਰਾਦ ਬਖਸ਼ ਬਲ ਪਾਏ, ਖਬਰ ਇਹ ਆਈ ਵੀ ਉਧਰ ਗੁਜਰਾਤ ਵਿੱਚੋਂ ਤੇਰੇ ਪੁੱਤਰ, ਛੋਟੇ ਪੁੱਤਰ ਮੁਰਾਦ ਬਖਸ਼ ਨੇ ਹਮਲਾ ਕਰ ਦਿੱਤਾ ਹੈ। ਰਾਜਾ ਜਸਵੰਤ ਸਿੰਘ ਦੇ ਉੱਤੇ ਬੜਾ ਭਾਰੀ ਹਮਲਾ ਕੀਤਾ। ਰਾਜਾ ਜਸਵੰਤ ਸਿੰਘ ਦੀ ਤੇ ਮੁਰਾਦ ਬਖਸ਼ ਦੀ ਲੜਾਈ ਛਿੜ ਗਈ ਹੈ। ਜਸਵੰਤ ਸਿੰਘ ਭਾਜ ਕਰ ਗਇਓ, ਉਸ ਲੜਾਈ 'ਚ ਤੇਰਾ ਪੁੱਤਰ ਜਿੱਤ ਗਿਆ ਹੈ ਤੇ ਰਾਜਾ ਜਸਵੰਤ ਸਿੰਘ ਜਿਹਨੂੰ ਤੂੰ ਭੇਜਿਆ ਸੀ ਉਹ ਹਾਰ ਗਿਆ ਹੈ। ਇਹ ਗੱਲ ਜਿਹੜੀ ਹੈ ਸੂਈਆਂ ਨੇ, ਖਬਰ ਦੇਣ ਵਾਲਿਆਂ ਹਲਕਾਰਿਆਂ ਨੇ ਆ ਕੇ ਦੱਸੀ ਹੈ। ਸਬਰ ਲੁੱਟਬੋ ਤਿਸਨੇ ਕਿਓ, ਔਰ ਰਾਜੇ ਜਸਵੰਤ ਸਿੰਘ ਦਾ ਡੇਰਾ ਵੀ ਲੁੱਟ ਲਿਆ ਮੁਰਾਦ ਬਖਸ਼ ਨੇ। ਉਹਨੇ ਤਬਾਹੀ ਮਚਾ ਦਿੱਤੀ ਹੈ। ਤੇਰੀਆਂ ਫੌਜਾਂ ਹਾਰ ਗਈਆਂ, ਰਾਜਾ ਜਸਵੰਤ ਸਿੰਘ ਹਾਰ ਗਿਆ ਤੇ ਮੁਰਾਦ ਬਖਸ਼ ਜਿੱਤ ਗਿਆ ਹੈ। ਦਾਰਸ਼ ਕੋਹ ਸੁਨੀ ਜਬਕਾਨ, ਜਦੋਂ ਇਹ ਗੱਲ ਦਾਰਾ ਸ਼ਿਕੋਹ ਦੇ ਕੰਨੀ ਪਈ, ਛਟ ਕਮਾਨ ਜਨ ਲਾਗਿਓ ਬਾਨ, ਇੰਨਾ ਦੁੱਖ ਲੱਗਾ ਜਿਵੇਂ ਮਾਨੋ ਕਾਲਜੇ 'ਚ ਤੀਰ ਵੱਜ ਗਿਆ ਹੋਵੇ। ਪੁਨ ਬੂਝਿਓ ਹਲ ਕਾਰਨ ਸਾਥ, ਫਿਰ ਦਾਰਾ ਸ਼ਿਕੋਹ ਨੇ ਆਪਣੇ ਹਲਕਾਰਿਆਂ ਨੂੰ ਪੁੱਛਿਆ, ਕਿਮ ਕਿਆ ਜੰਗ ਜੋਧਪੁਰ ਨਾਥ, ਇਹ ਦੱਸੋ ਵੀ ਜੋਧਪੁਰ ਦੇ ਰਾਜੇ ਜਸਵੰਤ ਸਿੰਘ ਨੇ ਜੰਗ ਕਿਵੇਂ ਕੀਤਾ ਹੈ? ਉਹਨੇ ਕੋਈ ਢਿੱਲ ਤਾਂ ਨਹੀਂ ਛੱਡੀ? ਕਿਤੇ ਉਹ ਜਾਣ-ਬੁੱਝ ਕੇ ਨਹੀਂ ਹਾਰ ਗਿਆ? ਕਿਤੇ ਉਹਦੇ ਨਾਲ ਰਲਿਆ ਤਾਂ ਨਹੀਂ? ਇਹ ਸਾਰੀਆਂ ਗੱਲਾਂ ਦੇਖਣੀਆਂ ਪੈਂਦੀਆਂ। ਤਾਂ ਬੜੇ ਤਰੀਕੇ ਨਾਲ ਪੁੱਛਦਾ ਵੀ ਰਾਜੇ ਜਸਵੰਤ ਸਿੰਘ ਨੇ ਯੁੱਧ ਕਿਵੇਂ ਕੀਤਾ ਹੈ? ਕਿਤ ਭਲਾਇ ਕੈ ਗਮਨਿਓ ਸੋ, ਰਾਜਾ ਜਸਵੰਤ ਸਿੰਘ ਆਪ ਜੰਗ 'ਚੋਂ ਦੌੜ ਗਿਆ ਤੇ ਕਿੱਥੇ ਗਿਆ ਹੈ? ਦੌੜਿਆ ਕਿਉਂ ਹੈ ਉਹ? ਕਹਾਂ ਸ਼ਹਿਜ਼ਾਦੇ ਹੈ ਅਬਦੋ, ਤੇ ਇਸ ਵੇਲੇ ਔਰੰਗਜ਼ੇਬ ਔਰ ਮੁਰਾਦ ਬਖਸ਼ ਦੋਵੇਂ ਕਿੱਥੇ ਹਨ? ਸੁਨਤ ਚਾਰਣੇ ਸਕਲ ਸੁਨਾਈ, ਦੱਸਣ ਵਾਲੇ ਨੇ ਸਾਰੀ ਗੱਲ ਇਸ ਤਰ੍ਹਾਂ ਦੱਸੀ ਜਿਸ ਪ੍ਰਕਾਰ ਤਹ ਪਰੀ ਲੜਾਈ, ਜਿਵੇਂ ਉੱਥੇ ਲੜਾਈ ਹੋਈ ਸੀ, ਜਿਵੇਂ ਉੱਥੇ ਜੰਗ ਹੋਇਆ ਸੀ, ਉਹ ਸਾਰੀ ਵਾਰਤਾ ਸੁਣਾਉਂਦਾ ਹੈ। ਦੋਨੋਂ ਦਲ ਮੁਕਾਬਲੇ ਹੋਏ, ਉਹ ਕਹਿੰਦਾ ਜੀ ਦੇਖੋ ਮੁਕਾਬਲਾ ਬਹੁਤ ਤਗੜਾ ਹੋਇਆ। ਰਾਜੇ ਜਸਵੰਤ ਸਿੰਘ ਨੇ ਕੋਈ ਕਸਰ ਨਹੀਂ ਛੱਡੀ। ਦੋਵਾਂ ਫੌਜਾਂ ਦਾ ਆਮਣੇ ਸਾਹਮਣੇ ਟਾਕਰਾ, ਬਹੁਤ ਘਮਸਾਨ ਦਾ ਜੰਗ ਹੋਇਆ। ਪਰਖਤ ਲੋਹ ਮਨ ਹੋ ਕੰਨ ਦੋਏ, ਲੋਹੇ ਤੇ ਲੋਹਾ ਖੜਕਿਆ, ਢਾਲਾਂ ਤੇਗਾਂ ਖੜਕੀਆਂ ਨੇ, ਜਿਵੇਂ ਬੜੇ ਵੱਡੇ ਮੈਦਾਨ ਵੱਜਦੇ ਨੇ ਐਰਨ ਦੇ ਉੱਤੇ, ਏਦਾਂ ਢਾਲਾਂ ਤੇ ਤੇਗਾਂ ਖੜਕਦੀਆਂ ਸਨ। ਤੋਪਨ ਕੀ ਪੰਕਤ ਕਰ ਠਾਂਡੀ, ਕਹਿੰਦੇ ਦੋਹਾਂ ਪਾਸਿਆਂ ਤੋਂ ਤੋਪਾਂ ਦੀਆਂ ਪੰਗਤਾਂ ਲੱਗੀਆਂ ਹੋਈਆਂ ਸਨ। ਲੈਣਾ ਲਾ ਕੇ ਤੋਪਾਂ ਗੋਲੇ ਦਾਗ ਰਹੀਆਂ ਸਨ। ਗੋਰਨ ਮਾਰ ਕਰੀ ਦਲ ਗਾਡੀ, ਕਹਿੰਦੇ ਬਹੁਤ ਭਿਆਨਕ ਮਾਰ ਮਚਾਈ ਤੋਪਾਂ ਨੇ। ਤਬਕ ਤੀਰ ਤੋਂ ਮਰ ਤਲਵਾਰਾਂ, ਤੀਰ, ਗੋਲੇ, ਬਰਛੀਆਂ, ਜਿੰਨੇ ਵੀ ਸ਼ਸਤਰ ਨੇ ਚੱਲੇ ਹਨ ਜੰਗ ਦੇ ਵਿੱਚ। ਤੱਕ ਤੱਕ ਤਨ ਵੀਰਨ ਸੰਘਾਰੈ, ਸੂਰਮਿਆਂ ਨੇ ਤੱਕ ਤੱਕ ਮਾਰਿਆ ਵੈਰੀਆਂ ਨੂੰ ਆਪਣਿਆਂ ਨੂੰ। ਹਲਾ ਹਲੀ ਬੋਲਤ ਲਲਕਾਰ ਹੈ, ਹਲਾ ਹਲੀ ਬੋਲਤ, ਲਲਕਾਰ ਕੇ ਮਾਰਦੇ ਸਨ। ਸਮੁਖ ਸ਼ਸਤਰ ਖਾਵਹਿ ਅਰ ਮਾਰਹਿ, ਸਾਹਮਣੇ ਸ਼ਸਤਰ ਮਾਰਦੇ ਤੇ ਖਾਂਦੇ ਸਨ। ਕਿਤਕ ਕਾਲ ਕੀ ਭਈ ਲੜਾਈ, ਕੁਝ ਸਮਾਂ ਲੜਾਈ ਹੋਈ ਹੈ, ਬੜੀ ਗਹਿ ਚ ਲੜਾਈ ਹੋਈ ਹੈ ਜਸਵੰਤ ਸਿੰਘ ਦੀ ਤੇ ਮੁਰਾਦ ਬਖਸ਼ ਦੀ। ਜਸਵੰਤ ਪਰਿਓਰੇ ਪੁਨ ਪਰਤਾਈ, ਜੇ ਰਾਜੇ ਜਸਵੰਤ ਸਿੰਘ ਨੇ ਕੋਈ ਢਿੱਲ ਨਹੀਂ ਵਿਖਾਈ, ਉਹ ਬੜੇ ਹੌਸਲੇ ਨਾਲ ਦੁਸ਼ਮਣ ਤੇ ਚੜ੍ਹ ਕੇ ਗਿਆ ਸੀ। ਖੈਂਚ ਮਿਆਨ ਤੇ ਤੀਬਰ ਸਰੋਹੀ, ਉਹਨੇ ਸਰੋਈ ਤਲਵਾਰ ਮਿਆਨ ਚੋਂ ਕੱਢੀ। ਰੁੰਡ ਮੁੰਡ ਕੀਨੇ ਨਿਜ ਦਰੋਹੀ, ਰਾਜੇ ਜਸਵੰਤ ਸਿੰਘ ਨੇ ਮੈਦਾਨੇ ਜੰਗ 'ਚ ਆਪਣੇ ਦੁਸ਼ਮਣਾਂ ਦੇ ਰੁੰਡ ਮੁੰਡ ਕਰ ਦਿੱਤੇ। ਜਿਤ ਜਿਤ ਧਾਵਹਿ ਹਿਲ ਮੇਲਾ, ਜਿੱਧਰ ਰਾਜਾ ਜਸਵੰਤ ਸਿੰਘ ਜਾਂਦਾ ਸੀ ਹਮਲਾ ਕਰਦਾ ਸੀ, ਲਸ਼ਕਰ ਲੜਤੋ ਅਦਕਤ ਘੇਲਾ, ਉਧਰ ਵੈਰੀ ਦੀਆਂ ਫੌਜਾਂ ਨੂੰ ਧੱਕ ਕੇ ਪਿੱਛੇ ਕਰ ਦਿੰਦਾ ਸੀ। ਕਿਰੇ ਤੁਰੰਗ ਵੀਰ ਰਣ ਮਾਰੇ, ਬੜਾ ਯੁੱਧ ਹੋਇਆ ਸੀ,
ਬੜੇ ਹਾਥੀ ਘੋੜੇ ਜੰਗ ਦੇ ਵਿੱਚ ਮਰੇ ਸਨ। ਮੁਗਲ ਖਾਨ ਜਿਉ ਪਰੇ ਮੁਨਾਰੇ, ਬੜੇ ਬੜੇ ਮੁਗਲ ਤੇ ਖਾਨ ਧਰਤੀ ਤੇ ਇਦਾਂ ਲਿਟੇ ਸਨ ਜਿਵੇਂ ਬੜੇ ਬੜੇ ਮੁਨਾਰੇ ਬਿਜਲੀ ਦੇ ਪੈਣ ਨਾਲ ਢਹਿ ਕੇ ਧਰਤੀ ਤੇ ਲਿਟ ਜਾਂਦੇ ਨੇ। ਕੜਾ ਕੜੀ ਕਰ ਬਾਰਨ ਮਾਚੀ, ਤਲਵਾਰਾਂ ਦੀ ਕਾੜ ਕਾੜ ਮਚੀ ਸੀ। ਸ਼੍ਰੋਣਤ ਬਹਿਓ ਧੂਲ ਛਿਤਰਾਚੀ, ਔਰ ਧਰਤੀ ਦੇ ਉੱਤੇ ਲਹੂ ਡੁੱਲ ਡੁੱਲ ਕੇ ਗਾਰਾ ਬਣ ਗਿਆ ਸੀ। ਫੌਜ ਮੁਰਾਦ ਬਖਸ਼ ਕੀ ਸਾਰੀ, ਮੁਰਾਦ ਬਖਸ਼ ਦੀ ਸਾਰੀ ਫੌਜ ਕਰੀ ਭਲਾਵਨ ਰਣ ਇੱਕ ਬਾਰੀ। ਇੱਕ ਵਾਰੀ ਤਾਂ ਭੱਜ ਗਈ ਸੀ ਜੰਗ 'ਚ, ਇੱਕ ਵਾਰੀ ਤਾਂ ਰਾਜੇ ਜਸਵੰਤ ਸਿੰਘ ਨੇ ਮੁਰਾਦ ਬਖਸ਼ ਨੂੰ ਭਜਾ ਦਿੱਤਾ ਸੀ। ਫਿਰੇ ਹੋਏ ਕਾਇਰ ਬੜ ਵੀਰਾ, ਤੇ ਉਹ ਕਹਿੰਦੇ ਪਿਛਾ ਨੂੰ ਭੱਜ ਗਏ ਸਨ। ਲੜਤ ਲੜਾਈ ਤਰਹਿ ਨਾ ਧੀਰਾ, ਉਹਨਾਂ ਦੇ ਕਹਿੰਦੇ ਹੌਸਲਾ ਟੁੱਟ ਗਿਆ ਸੀ ਇੱਕ ਵਾਰੀ ਤਾਂ। ਲਖਿਓ ਮੁਰਾਦ ਬਖਸ਼ ਇਮ ਜੰਗ, ਜਦੋਂ ਮੁਰਾਦ ਬਖਸ਼ ਨੇ ਇਸ ਤਰ੍ਹਾਂ ਜੰਗ ਵਿੱਚ ਆਪਣੀ ਫੌਜ ਦੀ ਹਾਰ ਹੁੰਦੀ ਵੇਖੀ, ਗਿਰੇ ਅਨੇਕ ਘਟੇ ਜਨ ਅੰਗ, ਬੜੇ ਬੜੇ ਸੂਰਮੇ ਮੈਦਾਨੇ ਜੰਗ ਵਿੱਚ ਆਪਣੇ ਹੱਥ ਪੈਰ ਕਟਾ ਕੇ ਡਿੱਗੇ ਸਨ। ਦਿਸ਼ ਤੋਪਨ ਕੀ ਪਹੁੰਚਿਓ ਜਾਏ, ਤੇ ਕਹਿੰਦੇ ਮੁਰਾਦ ਬਖਸ਼ ਫਿਰ ਆਪਣੀ ਫੌਜ ਦੀ ਤੋਪਖਾਨੇ 'ਚ ਜਾ ਪਹੁੰਚਿਆ। ਸਾਹਸ ਧਾਰ ਜੁਦ ਮਹਿ ਆਏ, ਉਹਨੇ ਆਪ ਮੈਦਾਨੇ ਜੰਗ ਦੀ ਕਮਾਨ ਸੰਭਾਲੀ, ਬੜੇ ਸਾਹਸ ਦੇ ਨਾਲ ਲੜਿਆ ਉਹ। ਸਭ ਰਜਪੂਤਰੋ ਸੈਨ ਤੁਮਾਰੀ, ਤੇ ਫਿਰ ਉਹਨੇ ਤੋਪਾਂ ਦੇ ਗੋਲੇ ਆਪ ਦਾਗਣੇ ਸ਼ੁਰੂ ਕਰਾ ਦਿੱਤੇ। ਆਪ ਤੋਪਚੀਆਂ ਦੇ ਕੋਲ ਖੜ ਕੇ ਕਹਿੰਦਾ ਚਲਾਓ ਤੋਪਾਂ। ਜਦੋਂ ਤੋਪਾਂ ਦੇ ਗੋਲੇ ਖੁੱਲੇ, ਫਾਇਰਿੰਗ ਖੁੱਲੀ ਤੋਪਾਂ ਦੀ, ਉਸ ਵੇਲੇ ਫਿਰ ਰਾਜਪੂਤਾਂ ਦੇ ਪੈਰ ਹਿੱਲ ਗਏ। ਤੁਹਾਡੀ ਸਾਰੀ ਫੌਜ ਹਾਰ ਗਈ। ਲੂਟਤ ਮਾਰਤ ਜਾਤ ਅਗਾਰੀ, ਫਿਰ ਮੁਰਾਦ ਬਖਸ਼ ਨੇ ਇਤਨਾ ਕਹਿਰ ਦਾ ਹੱਲਾ ਕੀਤਾ ਵੀ ਉਹਦੀਆਂ ਤੋਪਾਂ ਦੇ ਨਾਲ ਹਾਥੀ ਵੀ ਉੱਡਦੇ ਸਨ, ਸਣੇ ਅੰਬਾਰੀਆਂ ਦੇ। ਤੋਪਾਂ ਕਰੀ ਬਰੋਬਰ ਸਭੈ, ਉਹਨੇ ਸਾਰੀਆਂ ਤੋਪਾਂ ਬਰੋਬਰ ਕਰਕੇ ਨਿਸ਼ਾਨੇ ਤੇ ਗੋਲੇ ਮਾਰੇ। ਅਨੇਕ ਘਾਤਨੀ ਛੋਰੀ ਤਬੈ, ਕਹਿੰਦੇ ਹਜ਼ਾਰਾਂ ਨੂੰ ਮਾਰਨ ਵਾਲੀਆਂ ਅਨੇਕ ਘਾਤਨੀ ਤੋਪਾਂ ਚਲਾਈਆਂ। ਦੋਹ ਦਿਸ਼ ਤੇ ਤੋਪੈ ਧਮਕਾਈ, ਦੋਵਾਂ ਪਾਸਿਆਂ ਤੋਂ ਤੋਪਾਂ। ਰਾਜੇ ਜਸਵੰਤ ਸਿੰਘ ਨੇ ਵੀ ਕੋਈ ਕਸਰ ਨਹੀਂ ਛੱਡੀ, ਉਹਨੇ ਵੀ ਤੋਪਾਂ ਦੇ ਗੋਲੇ ਦਾਗੇ ਤੇ ਮੁਰਾਦ ਬਖਸ਼ ਨੇ ਵੀ ਅੱਗੋਂ ਫਿਰ ਜਵਾਬ ਦਿੱਤਾ। ਇਸ ਤਰ੍ਹਾਂ ਲੜਾਈ ਬੜੀ ਗਹਿ ਚ ਹੋਈ ਹੈ। ਅਬਨੀ ਰਨ ਕੀ ਸਰਬ ਹਿਲਾਈ, ਕਹਿੰਦੇ ਉਹ ਮੈਦਾਨੇ ਜੰਗ ਦੀ ਧਰਤੀ ਹਿੱਲ ਗਈ ਸੀ ਇੱਕ ਵਾਰੀ ਤਾਂ। ਮਹਾ ਸ਼ਬਦ ਜਨ ਨਭ ਪਟ ਗਿਰਾ, ਕਹਿੰਦੇ ਇਸ ਤਰ੍ਹਾਂ ਸੀ ਵੀ ਜਿਵੇਂ ਆਕਾਸ਼ ਦੇ ਉੱਤੋਂ ਆਕਾਸ਼ ਹੀ ਪਾਟ ਗਿਆ ਹੋਵੇ, ਇੰਨੀ ਆਵਾਜ਼ ਸੀ ਵੀ ਤੋਪਾਂ ਦੀ ਗੜਗੜਾਹਟ ਸੀ ਕਿ ਆਕਾਸ਼ ਪਾਟਾ ਜਾਪਦਾ ਸੀ। ਕਹਿ ਕਿਆਮਤ ਕੋ ਦਿਨ ਤਬ ਕਰਾ, ਜਾਂ ਇੰਝ ਲੱਗਦਾ ਸੀ ਵੀ ਕਿਆਮਤ ਆ ਗਈ ਹੈ। ਲੜਾਈ ਸੀ ਕਿ ਕਿਆਮਤ ਸੀ। ਹਜ਼ਾਰਾਂ ਬੰਦੇ, ਲੱਖਾਂ ਬੰਦੇ ਮੈਦਾਨੇ ਜੰਗ 'ਚ ਮਾਰੇ ਗਏ ਸਨ। ਬਦੇ ਜਾਤ ਰਜਪੂਤ ਸੁਜੇਤੇ, ਜਿੰਨੇ ਰਾਜਪੂਤ ਰਾਜੇ ਜਸਵੰਤ ਸਿੰਘ ਦੇ ਨਾਲ ਅੱਗੇ ਵੱਧਦੇ ਜਾ ਰਹੇ ਸਨ, ਮਾਰੋ ਮਾਰ ਕਰਦੇ ਹੋਏ, ਗੋਰੇ ਲਗੇ ਉਡੇ ਸਭ ਤੇਤੇ, ਗੋਲਿਆਂ ਦੇ ਨਾਲ ਉੱਡ ਗਏ। ਮੁਰਾਦ ਬਖਸ਼ ਦੀਆਂ ਤੋਪਾਂ ਅੱਗੇ ਹਜ਼ਾਰਾਂ ਰਾਜਪੂਤ ਹਾਥੀਆਂ ਘੋੜਿਆਂ ਸਮੇਤ ਉੱਡ ਗਏ। ਜੇ ਅਪੀਤ ਜੋ ਦਾ ਤਿਸ ਥਾਏ, ਜਿਹੜੇ ਨਿਰਭੈ ਯੋਧੇ ਸਨ, ਜਿਹੜੇ ਡਰਦੇ ਹੀ ਨਹੀਂ ਸਨ ਮੌਤ ਤੋਂ, ਕਾਲ ਤੋਂ, ਉਸ ਮੈਦਾਨੇ ਜੰਗ ਦੇ ਵਿੱਚ ਅੱਗੇ ਵੱਧ ਕੇ ਲੜੇ ਅਤੇ ਮੌਤ ਦੇ ਮੂੰਹ 'ਚ ਚਲੇ ਗਏ। ਭਏ ਘਾਤ ਨਹ ਦੇਖਣ ਪਾਏ, ਔਰ ਕਹਿੰਦੇ ਦਿਸਦੇ ਨਹੀਂ ਅਸੂਰ ਹੁਣ ਕਿੱਥੇ ਚਲੇ ਗਏ, ਕਿਉਂਕਿ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਲੱਭੀਆਂ ਜਿਹੜੇ ਤੋਪਾਂ ਦੇ ਗੋਲਿਆਂ ਦੇ ਅੱਗੇ ਆ ਗਏ। ਤਿਨਹੁ ਸੰਘਾਰ ਭਏ ਪਛਤਾਤੀ, ਕਹਿੰਦੇ ਉਹਨਾਂ ਨੂੰ ਮਾਰਨ ਤੋਂ ਬਾਅਦ ਧਰਤ ਰਾਤ ਕਾ ਤਰ ਨਰ ਛਾਤੀ, ਕਹਿੰਦੇ ਜਿਹੜੇ ਕਾਇਰ ਸੀ ਨਾ ਬੁਝਦਿਲ, ਉਹਨਾਂ ਦੀਆਂ ਛਾਤੀਆਂ ਥਰ ਥਰ ਕੰਬਣ ਲੱਗ ਪਈਆਂ, ਕਿਉਂਕਿ ਰਣ ਦੇਖ ਸੂਰੇ ਚਿੱਤ ਉਲਾਸ। ਮੈਦਾਨੇ ਜੰਗ ਨੂੰ ਵੇਖ ਕੇ ਸੂਰਮਿਆਂ ਦੇ ਚਾਹ ਚੜ ਜਾਂਦੇ, ਲਾਲੀਆਂ ਚੜ ਜਾਂਦੀਆਂ, ਪਰ ਬੁਝਦਿਲ ਕਾਇਰ ਡਰਪੋਕ ਬੰਦਿਆਂ ਦੇ ਪਸੀਨੇ ਛੁੱਟ ਜਾਂਦੇ ਆ। ਉਹਨਾਂ ਦੇ ਧਰਤੀ ਪੈਰਾਂ ਥੱਲਿਓਂ ਖਿਸਕਣੀ ਸ਼ੁਰੂ ਹੋ ਜਾਂਦੀ ਹੈ ਵੀ ਹੁਣ ਕੀ ਬਣੇਗਾ, ਹਾਏ ਹੁਣ ਮਰ ਜਾਵਾਂਗੇ। ਉਹ ਫਿਰ ਮੈਦਾਨੇ ਜੰਗ 'ਚੋਂ ਕਾਇਰ ਭੱਜਦੇ ਹਨ। ਮਰੇ ਜੰਗ ਤੇ ਪਰਹਿ ਨ ਰੋਕੇ, ਕਹਿੰਦੇ ਫਿਰ ਮੈਦਾਨੇ ਜੰਗ ਵਿੱਚ ਇੰਨੇ ਹਜ਼ਾਰਾਂ ਬੰਦੇ ਮਾਰੇ ਗਏ, ਰਹਿੰਦਿਆਂ ਦੇ ਪੈਰ ਹਿੱਲ ਗਏ, ਉਹ ਰੋਕਿਆ ਵੀ ਨਹੀਂ ਰੁਕਦੇ। ਭਾਜਤ ਲਾਜਤ ਜੀ ਅਵਲੋਕੇ, ਉਹਨਾਂ ਨੇ ਆਪਣੀ ਲਾਜ ਸ਼ਰਮ ਛੱਡ ਕੇ ਭੱਜਣਾ ਹੀ ਸਹੀ ਜਾਣਿਆ। ਜਦੋਂ ਵੇਖਿਆ ਵੀ ਅਸੀਂ ਜੰਗ 'ਚੋਂ ਹਾਰ ਚੱਲੇ ਹਾਂ, ਹੁਣ ਸਾਡੇ ਹਜ਼ਾਰਾਂ ਸਾਥੀ ਮਰ ਗਏ ਨੇ, ਹੁਣ ਅਸੀਂ ਜੇ ਖੜਾਂਗੇ ਤੇ ਅਸੀਂ ਵੀ ਮਾਰੇ ਜਾਵਾਂਗੇ, ਤਾਂ ਕਾਇਰਾਂ ਨੇ ਫਿਰ ਮੈਦਾਨ ਛੱਡ ਦਿੱਤਾ। ਜਸਵੰਤ ਕਰਤ ਜਤਨ ਕਾ ਹਾਰ, ਰਾਜਾ ਜਸਵੰਤ ਸਿੰਘ ਨੇ ਯਤਨ ਬੜਾ ਕੀਤਾ ਆਪਣੀ ਫੌਜ ਦੇ ਪੈਰ ਲਾਉਣ ਵਾਸਤੇ, ਮੁਰਾਦ ਬਖਸ਼ ਦੀ ਫੌਜ ਨੂੰ ਹਰਾਉਣ ਵਾਸਤੇ,
ਪਰ ਜਸਵੰਤ ਸਿੰਘ ਯਤਨ ਕਰਕੇ ਵੀ ਹਾਰ ਗਿਆ। ਭਾਜੇ ਸੋਨਾ ਹਟੇ ਤਸਬਾਰ। ਕਹਿੰਦੇ ਜਿਹੜੀ ਉਹਦੀ ਫੌਜ ਸੀ ਭੱਜ ਰਹੀ ਸੀ, ਜਸਵੰਤ ਸਿੰਘ ਨੰਗੀ ਤਲਵਾਰ ਲੈ ਕੇ ਘੋੜੇ ਤੇ ਚੜ੍ਹਿਆ ਆ, ਆਪਣੇ ਯੋਧਿਆਂ ਨੂੰ ਲਲਕਾਰ ਰਿਹਾ ਸੀ ਵੀ ਰੁਕ ਜਾਓ, ਭੱਜੋ ਨਾ, ਬਹਾਦਰ ਬਣੋ, ਸੂਰਮੇ ਬਣੋ ਤੇ ਆਪਾਂ ਮਰਦਾਂ ਦੀ ਮੌਤ ਮਰੀਏ, ਲੜ ਕੇ ਮਰੀਏ, ਆਪਾਂ ਮੁਰਾਦ ਬਖਸ਼ ਨੂੰ ਹਰਾ ਦੇਾਂਗੇ। ਇੱਦਾਂ ਦੇ ਲਲਕਾਰੇ ਮਾਰਦਾ ਸੀ, ਪਰ ਜਸਵੰਤ ਸਿੰਘ ਦੀ ਕਿਸੇ ਨੇ ਸੁਣੀ ਨਹੀਂ। ਦੇਖ ਬਾਹਨੀ ਕੇ ਰਹਿਵਾਲ। ਹੁਣ ਜਦੋਂ ਵੇਖਿਆ ਵੀ ਫੌਜ ਸਾਰੀ ਭੱਜ ਹੀ ਚੱਲੀ ਹੈ, ਫੌਜ ਦੇ ਪੈਰ ਹਿੱਲ ਗਏ ਹਨ, ਹਜ਼ਾਰਾਂ ਘੋੜੇ, ਹਜ਼ਾਰਾਂ ਹਾਥੀ, ਹਜ਼ਾਰਾਂ ਸਿਪਾਹੀ ਮਾਰੇ ਜਾ ਚੁੱਕੇ ਹਨ, ਤਾਂ ਫਿਰ ਰਾਜਾ ਜਸਵੰਤ ਸਿੰਘ ਨੂੰ ਵੀ ਮੈਦਾਨੇ ਜੰਗ ਵਿੱਚੋਂ ਭੱਜਣਾ ਪਿਆ। ਨਿਜ ਜੀਵਨ ਮਹਿ ਤਰਾਸ ਵਿਸਾਲ। ਹੁਣ ਉਹਨੇ ਵੇਖਿਆ ਜੇ ਸਾਥੀ ਸਾਥ ਛੱਡ ਗਏ ਨੇ, ਭੱਜਣ ਲੱਗੇ ਨੇ, ਮੈਂ ਇਕੱਲਾ ਕੀ ਕਰਾਂਗਾ? ਫੌਜ ਤੋਂ ਬਿਨਾਂ ਰਾਜਾ ਵੀ ਕੁਛ ਨਹੀਂ ਕਰ ਸਕਦਾ, ਰਾਜ ਤੋਂ ਬਿਨਾਂ ਫੌਜ ਕੁਛ ਨਹੀਂ ਕਰ ਸਕਦੀ। ਤੇ ਜਦੋਂ ਦੋਵਾਂ ਦੇ ਪੈਰ ਹਿੱਲ ਗਏ, ਰਾਜਾ ਜਸਵੰਤ ਸਿੰਘ ਨੂੰ ਵੀ ਆਪਣੀ ਜਾਨ ਬਚਾਉਣ ਵਾਸਤੇ ਭੱਜਣਾ ਪਿਆ। ਧੀਰਜ ਤਿਆਗ ਪਲਾਇਨ ਹੋਵਾ। ਕਹਿੰਦੇ ਆਪਣਾ ਹੌਸਲਾ, ਆਪਣੀ ਧੀਰਜ ਛੱਡ ਕੇ ਰਾਜਾ ਜਸਵੰਤ ਸਿੰਘ ਫਿਰ ਆਪ ਵੀ ਦੌੜ ਗਿਆ। ਜਸਵੰਤ ਰਣ ਮਹਿ ਨਹੀਂ ਖਲੋਵਾ। ਰਾਜਾ ਜਸਵੰਤ ਸਿੰਘ ਜੰਗ ਦੇ ਮੈਦਾਨ 'ਚ ਖੜ ਨਹੀਂ ਸਕਿਆ। ਕਿਉ ਮੁਰਾਦ ਬਖਸ਼ ਤਬ ਹੀਲਾ। ਤਾਂ ਜਦੋਂ ਮੁਰਾਦ ਬਖਸ਼ ਨੇ ਜ਼ੋਰ ਦਾ ਹੱਲਾ ਕੀਤਾ, ਮਾਰੋ ਧਰੋ ਰੌਰ ਬਹੁ ਮੇਲਾ। ਉਹਨੇ ਰੌਲਾ ਪਾਤਾ, ਕਹਿੰਦਾ ਮਾਰ ਲਓ ਇਹਨਾਂ ਨੂੰ, ਧਰ ਲਓ, ਇੱਥੇ ਜਾਣ ਨਾ ਦਿਓ। ਕਹਿੰਦਾ ਉਹਨੇ ਲਲਕਾਰਾ ਮਾਰਿਆ, ਉਹਦੀ ਫੌਜ ਦੇ ਹੌਸਲੇ ਵੱਧ ਗਏ। ਜਸਵੰਤ ਸਿੰਘ ਦੀ ਫੌਜ ਦੇ ਪੈਰ ਉਖੜ ਗਏ। ਸਿਵਰ ਬਿਖੈ ਪੀ ਥਿਰ ਨਹਿ ਰਹਿਓ। ਇੱਥੋਂ ਤੱਕ ਵੀ ਰਾਜਾ ਜਸਵੰਤ ਸਿੰਘ ਰਾਤ ਨੂੰ ਜਿਹੜੇ ਡੇਰੇ 'ਚ ਠਹਿਰਨਾ ਸੀ, ਉੱਥੇ ਵੀ ਠਹਿਰ ਨਹੀਂ ਸਕਿਆ। ਪਾਛੇ ਆਵਤ ਹੇਲਾ ਲਹਿਓ। ਉਹਨੇ ਵੇਖਿਆ ਦੁਸ਼ਮਣ ਸਿਰ ਤੇ ਚੜਿਆ ਹੁੰਦਾ, ਪਿੱਛੇ ਹੱਲੇ ਕਰ ਰਹੇ ਨੇ। ਰਾਜੇ ਜਸਵੰਤ ਸਿੰਘ ਨੂੰ ਉੱਥੋਂ ਦੌੜਨਾ ਪਿਆ। ਕਟਤ ਜਾਤ ਜੇ ਰਹਿਤ ਪਿਛਾਰੀ। ਕਹਿੰਦੇ ਜਿਹੜੇ ਪਿੱਛੇ ਰਹਿੰਦੇ ਗਏ ਉਹ ਕਟਿੰਦੇ ਗਏ, ਜਿਹੜਾ ਕੋਈ ਰਹਿ ਗਿਆ ਉਹ ਮੁਰਾਦ ਬਖਸ਼ ਦੀ ਫੌਜ ਦੇ ਕਾਬੂ ਆਇਆ, ਉਹਨਾਂ ਨੇ ਦੋ ਟੋਟੇ ਕਰ ਦਿੱਤਾ। ਪਾਏ ਨਾ ਜਮੇ ਯਤਨ ਕਿਆ ਭਾਰੀ। ਬੜੇ ਯਤਨ ਕਰਕੇ ਵੀ ਰਾਜਪੂਤਾਂ ਦੇ ਪੈਰ ਜਮੇ ਨਹੀਂ ਮੈਦਾਨੇ ਜੰਗ ਵਿੱਚ। ਰਾਜਪੂਤਨ ਜਬ ਡੇਰਾ ਛੁਟਿਓ। ਜਦੋਂ ਰਾਜਪੂਤਾਂ ਦੀ ਛਾਉਣੀ ਲੁੱਟੀ ਗਈ, ਡੇਰਾ ਛੁੱਟ ਗਿਆ ਉਹਨਾਂ ਦੇ ਹੱਥੋਂ। ਆਨ ਮੁਰਾਦ ਬਖਸ਼ ਸਭ ਲੁੱਟਿਓ। ਤੇ ਮੁਰਾਦ ਬਖਸ਼ ਨੇ ਆ ਕੇ ਡੇਰਾ ਲੁੱਟ ਲਿਆ। ਜਦੋਂ ਮੁਰਾਦ ਬਖਸ਼ ਦੀ ਫੌਜ ਪਿੱਛਾ ਕਰ ਰਹੀ ਸੀ, ਰਾਜਪੂਤ ਖੜ ਨਹੀਂ ਸਕੇ, ਉਹ ਡੇਰੇ ਵਿੱਚ ਵੀ ਨਹੀਂ ਖੜ ਸਕੇ, ਉਹ ਡੇਰੇ 'ਚੋਂ ਵੀ ਭੱਜ ਗਏ। ਤੇ ਡੇਰੇ 'ਚ ਤੰਬੂ ਲੱਗੇ ਸਨ, ਛਾਉਣੀ ਪਈ ਹੋਈ ਸੀ, ਕਈ ਹਾਥੀ ਘੋੜੇ, ਲਾਓ ਲਸ਼ਕਰ, ਤੋਪਾਂ, ਅਸਲਾ ਖਾਨਾ ਸਾਰਾ ਮੁਰਾਦ ਬਖਸ਼ ਦੇ ਕਬਜ਼ੇ 'ਚ ਆ ਗਿਆ। ਰਹਿਓ ਠਹਿਰ ਠਹਿ ਗਇਓ ਅਗਾਰੀ। ਕਹਿੰਦੇ ਫਿਰ ਪੜ੍ਹੀ ਬੇਟੇ। ਰਹਿਓ ਠਹਿਰ ਨਹਿ ਗਇਓ ਅਗਾਰੀ। ਰਹਿਓ ਠਹਿਰ ਨਹਿ ਗਇਓ ਅਗਾਰੀ। ਕਹਿੰਦੇ ਜਸਵੰਤ ਸਿੰਘ ਜਿਹੜਾ ਉਹ ਠਹਿਰ ਨਹੀਂ ਸਕਿਆ, ਉਹ ਇੱਥੋਂ ਫਿਰ ਅੱਗੇ ਦੌੜਿਆ, ਤੇ ਉਹ ਜਿਹੜਾ ਸੀਗਾ ਉਹਦੇ ਪਿੱਛੇ ਦੌੜਿਆ। ਹਾਂਜੀ। ਪੱਤਰ ਭਰਿਓ ਤਹ ਹਰਖਿਓ ਭਾਰੀ। ਤੇ ਫਿਰ ਮੁਰਾਦ ਬਖਸ਼ ਨੇ ਉੱਥੇ ਵੇਖਿਆ ਵੀ ਹੁਣ ਮੈਂ ਸਾਰੇ ਪਾਸੇ ਕਬਜ਼ਾ ਕਰ ਲਿਆ, ਡੇਰਾ ਕਬਜ਼ੇ 'ਚ ਲੈ ਲਿਆ। ਉਹਨੇ ਫਿਰ ਉਹ ਡੇਰੇ ਤੇ ਕਬਜ਼ਾ ਕਰਕੇ ਉੱਥੇ ਹੀ ਛਾਉਣੀ ਪਾ ਲਈ। ਫਤਿਹ ਹੋਣ ਕਹ ਦਿਓ ਨਗਾਰਾ। ਉਹਨੇ ਫਤਿਹ ਦਾ ਨਗਾਰਾ ਵਜਾਇਆ, ਜਿੱਤ ਦੀ ਖੁਸ਼ੀ ਮਨਾਈ ਵੀ ਮੈਂ ਜਿੱਤ ਗਿਆ ਹਾਂ। ਸ਼ਰਖਾ ਕਰਵਾਏ ਬਹੁਬਾਰਾ। ਖੁਸ਼ੀ ਵਿੱਚ ਉਹਨੇ ਬੰਦੂਕਾਂ ਦੇ, ਤੋਪਾਂ ਦੇ ਫਾਇਰ ਕੀਤੇ। ਸਪਟਨ ਕਹ ਦੀਨਸ ਬਖਸ਼ੀਸ਼। ਔਰ ਆਪਣੀ ਫੌਜ ਦੇ ਯੋਧਿਆਂ ਨੂੰ ਇਨਾਮ ਦਿੱਤੇ। ਮੁਰਾਦ ਬਖਸ਼ ਨੇ ਆਪਣੀ ਫੌਜ ਦੇ ਜਰਨੈਲਾਂ ਨੂੰ ਸਰੋਪੇ ਦਿੱਤੇ। ਪੇਸ਼ ਖੁਦਾਏ ਨਿਵਾਏ ਵਸੀਸ। ਪੇਸ਼ ਖੁਦਾਏ ਨਿਵਾਏ ਵਸੀਸ। ਖੁਦਾ ਅੱਗੇ ਨਮਾਜ਼ ਪੜ੍ਹੀ ਜਿੱਤ ਦੀ। ਉਹਨੇ ਦੁਆਵਾਂ ਕੀਤੀਆਂ ਵੀ ਅੱਲਾਹ ਤਾਲਾ ਨੇ ਮੈਨੂੰ ਬਖਸ਼ਿਸ਼ ਕੀਤੀ ਹੈ, ਮੈਨੂੰ ਜਿੱਤ ਦਿੱਤੀ ਹੈ। ਜਿੱਤ ਦੀ ਖੁਸ਼ੀ ਵਿੱਚ ਉਹਨੇ ਬੜੇ ਦਾਨ ਪੁੰਨ ਖਰਾਇਤਾਂ ਵੀ ਵੰਡੀਆਂ। ਇਹ ਸਭ ਸੁਣ ਕੇ ਨੌ ਰੰਗ ਧਾਇਬ। ਇਹ ਜਦੋਂ ਸੁਣਿਆ ਵੀ ਮੁਰਾਦ ਬਖਸ਼ ਜਿੱਤ ਗਿਆ ਹੈ, ਔਰੰਗਜ਼ੇਬ ਨੂੰ ਵੀ ਚਾਹ ਚੜ ਗਿਆ। ਉਹ ਵੀ ਉਧਰੋਂ ਦੱਖਣ 'ਚੋਂ ਬਗਾਵਤ ਦਾ ਝੰਡਾ ਚੁੱਕ ਕੇ ਤੁਰ ਪਿਆ ਹੈ। ਇਤ ਆਵਨ ਕਹ ਕੂਚ ਕਰਾਇਬ। ਹੇ ਦਾਰਾ ਸ਼ਿਕੋ ਜੀ, ਦਾਰਾ ਸ਼ਿਕੋ ਤੇਰਾ ਛੋਟਾ ਭਰਾ ਔਰੰਗਜ਼ੇਬ ਵੀ ਦਿੱਲੀ ਆਉਣਾ ਚਾਹੁੰਦਾ ਹੈ,
ਉਹਨੇ ਇੱਥੇ ਆਉਣ ਵਾਸਤੇ ਕੂਚ ਕੀਤਾ ਹੈ। ਜੰਮੂ ਜੋਰ ਬਹੁਤ ਤੋਪਨ ਤਿਆਰੀ, ਬੜੀ ਭਾਰੀ ਫੌਜ ਜੋੜ ਕੇ, ਬੜੀਆਂ ਤੋਪਾਂ ਲੈ ਕੇ, ਸਰਬ ਸਮਾਜ ਕੀਨ ਜਿਨ ਭਾਰੀ, ਉਹ ਸਾਰਾ ਸਾਜੋ ਸਮਾਨ ਲੈ ਕੇ ਦੇਹਾ ਦੇਹ ਸ਼ੀਘਰ ਹੀ ਆਵਤ, ਆ ਰਿਹਾ, ਮਾਰੋ ਮਾਰ ਕਰਦਾ ਸ਼ੀਘਰਤਾ ਦੇ ਨਾਲ, ਛੇਤੀ ਦੇ ਨਾਲ। ਕਰ ਬਖਸ਼ੀਸ਼ਨ ਸਪਾਟ ਵਧਾਇਵਤ, ਔਰ ਔਰੰਗਜ਼ੇਬ ਬੜੇ ਬੜੇ ਯੋਧਿਆਂ ਨੂੰ ਆਪਣੀ ਫੌਜ 'ਚ ਭਰਤੀ ਕਰ ਰਿਹਾ, ਉਹਨਾਂ ਨੂੰ ਬੜੇ ਬੜੇ ਇਨਾਮ, ਬੜੀਆਂ ਬੜੀਆਂ ਬਖਸ਼ਿਸ਼ਾਂ ਦੇ ਰਿਹਾ, ਉਹਨਾਂ ਨੂੰ ਲਾਲਚ ਦੇ ਰਿਹਾ ਤੇ ਆਪਣੀ ਤਾਕਤ ਵਧਾ ਕੇ ਔਰੰਗਜ਼ੇਬ ਦੱਖਣ ਤੋਂ ਦਿੱਲੀ ਨੂੰ ਵੱਧ ਰਿਹਾ ਹੈ। ਕੇਤਕ ਦਿਨ ਮੈਂ ਪਹੁੰਚਿਓ ਜਾਨਹ, ਉਸ ਕੁਝ ਦਿਨਾਂ ਵਿੱਚ ਹੀ ਸਮਝੋ ਦਿੱਲੀ ਆਗਰੇ ਪਹੁੰਚਣ ਵਾਲਾ ਹੈ। ਰਾਵਰ ਕਰੋ ਜੀਉ ਜਿਮ ਠਾਨਹ, ਹੁਣ ਆਪ ਜੀ ਸਿਆਣੇ ਹੋ, ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰੋ। ਤੁਸੀਂ ਸੋਚੋ ਵੀ ਔਰੰਗਜ਼ੇਬ ਦੀ ਬਗਾਵਤ ਨੂੰ ਕਿਵੇਂ ਦਬਾਣਾ ਹੈ। ਸੁਧ ਸੁਨ ਦਾਰਸ਼ ਕੋ ਹਸ ਚਿੰਤਾ, ਜਦੋਂ ਇਹ ਖਬਰ ਸੁਣੀ ਦਾਰਾ ਸ਼ਿਕੋ ਨੂੰ ਬੜੀ ਚਿੰਤਾ ਹੋਈ। ਜਿਹੜੀਆਂ ਪਹਿਲਾਂ ਉਮੀਦਾਂ ਬਣੀਆਂ ਸਨ ਸ਼ੁਜਾ ਮੁਹੰਮਦ ਦੀ ਹਾਰ ਦੇ ਨਾਲ, ਉਹ ਬਦਲ ਗਈਆਂ। ਜਦੋਂ ਆਪਣੇ ਬੰਦੇ ਹਾਰ ਗਏ, ਜਸਵੰਤ ਸਿੰਘ ਹਾਰ ਗਿਆ, ਮੁਰਾਦ ਬਖਸ਼ ਜਿੱਤ ਗਿਆ, ਫਿਰ ਖਤਰਾ ਹੋ ਗਿਆ ਵੀ ਮੁਰਾਦ ਬਖਸ਼ ਹੁਣ ਦਿੱਲੀ ਤੇ ਹੱਲਾ ਕਰੇਗਾ, ਆਵੇਗਾ, ਉਹ ਤਾਂ ਮਾਰੋ ਮਾਰ ਕਰਦਾ, ਉਹਨੂੰ ਕੌਣ ਰੋਕੇਗਾ। ਜਿਹੜਾ ਰੋਕਣ ਵਾਲਾ ਸੀ ਉਹ ਤਾਂ ਉੱਥੇ ਹੀ ਹਾਰ ਗਿਆ ਹੈ। ਉਹਦੀਆਂ ਫੌਜਾਂ, ਉਹਦੀਆਂ ਛਾਉਣੀਆਂ ਲੁੱਟੀਆਂ ਗਈਆਂ ਹਨ, ਆਪ ਉਹ ਭੱਜ ਗਿਆ ਹੈ, ਕਿਤੇ ਜਾਨ ਬਚਾ ਕੇ ਲੁਕਿਆ ਫਿਰਦਾ ਹੋਵੇਗਾ। ਹੁਣ ਕੀ ਕਰੀਏ। ਇਸ ਤਰ੍ਹਾਂ ਦੂਜੇ ਪਾਸਿਓਂ ਦੱਖਣ ਦੇ ਵਿੱਚੋਂ ਵੀ ਮਾੜੀ ਖਬਰ ਆਈ, ਔਰੰਗਜ਼ੇਬ ਵੀ ਤੁਰ ਪਿਆ ਹੈ। ਤੋ ਦਾਰਾ ਸ਼ਿਕੋ ਬੜੀ ਚਿੰਤਾ ਦੀ ਨਦੀ 'ਚ ਗੋਤੇ ਖਾਣ ਲੱਗਾ। ਪਦਰ ਸਮੀਪ ਬਖਾਨ ਬ੍ਰਿਤੰਤਾ, ਉਹਨੇ ਆਪਣੇ ਪਿਓ ਦੇ ਕੋਲ ਜਾ ਕੇ ਸਾਰੀ ਗੱਲਬਾਤ ਦੱਸੀ। ਮੰਜੇ ਦੇ ਪਿਆ ਹੋਇਆ, ਦਿੱਲੀ ਔਰ ਆਗਰੇ ਦੇ ਵਿਚਕਾਰ ਇੱਕ ਜਮਨਾ ਦੇ ਵਿੱਚ ਹੀ ਸਮਝੋ ਆ ਰਿਹਾ ਸੀਗਾ ਬਾਦਸ਼ਾਹ। 3 ਦਿਨ ਦਾ ਸਫ਼ਰ ਕੀਤਾ ਸੀ, ਅਜੇ 2-3 ਦਿਨ ਹੋਰ ਲੱਗਣੇ ਸੀ, ਦਿੱਲੀ ਆਉਣਾ ਸੀ। ਅੱਧ ਵਿਚਕਾਰ ਕਹਿ ਲਓ, ਕਿਉਂਕਿ ਦਿੱਲੀ ਤੇ ਆਗਰੇ ਦਾ ਬਹੁਤਾ ਸਫ਼ਰ ਨਹੀਂ ਹੈ, ਇਹ 200 ਕਿਲੋਮੀਟਰ ਹੈ। ਉਹਨਾਂ ਦਿਨਾਂ 'ਚ ਬੇੜੀਆਂ ਦਾ ਸਫ਼ਰ ਸੀ, ਹੌਲੇ ਹੌਲੇ ਬਾਦਸ਼ਾਹ ਦੀ ਛਾਉਣੀ ਆਉਂਦੀ ਸੀ ਨਾਲ, ਹਜ਼ਾਰਾਂ ਫੌਜਾਂ ਵੀ ਨਾਲ ਤੁਰਦੀ। ਬਾਦਸ਼ਾਹ ਜਾਂਦਾ ਸੀ ਨਾ, ਇਹ ਥੋੜ੍ਹਾ ਵੀ 2-4 ਹਜ਼ਾਰ ਨਹੀਂ, 50,000 60,000 1 ਲੱਖ ਫੌਜ ਦਾ ਘੱਟੋ ਘੱਟ ਨਾਲ ਤੁਰਦੀ ਸੀ। ਬਾਦਸ਼ਾਹ ਜਾ ਰਿਹਾ, ਬਾਦਸ਼ਾਹ ਦੀ ਸਵਾਰੀ ਦੀ, ਉਹਦੀ ਸੇਫਟੀ ਦੇ ਸਾਰੀਆਂ ਪੱਖਾਂ ਨੂੰ ਵੇਖਿਆ ਜਾਂਦਾ ਸੀ। ਸੋ ਬਾਦਸ਼ਾਹ ਨੂੰ ਇਹ ਖਬਰ ਦਿੱਤੀ ਹੈ, ਦਾਰਾ ਸ਼ਿਕੋ ਨੇ ਆਪਣੇ ਪਿਓ ਸ਼ਾਹਜਹਾਨ ਨੂੰ ਦੱਸਿਆ ਹੈ ਨੌਰੰਗ ਦੇਸ਼ ਤੇ ਤਰਾਸ ਮਹਾਨੇ, ਕਿ ਪਿਤਾ ਜੀ ਮੁਰਾਦ ਬਖਸ਼ ਤਾਂ ਜੋ ਹੈ ਸੋ ਹੈ, ਔਰੰਗਜ਼ੇਬ ਬਹੁਤ ਜ਼ਿਆਦਾ ਕਪਟੀ ਹੈ, ਬਹੁਤ ਤੇਜ਼ ਤਰਾਰ ਹੈ, ਉਹਦੇ ਵੱਲੋਂ ਮੈਨੂੰ ਜ਼ਿਆਦਾ ਡਰ ਲੱਗਦਾ ਹੈ। ਸੁਤ ਪਿਤ ਚਿਤ ਮਹ ਨਿਤ ਅਤ ਠਾਨੇ, ਇਹ ਸੁਣ ਕੇ ਬਾਦਸ਼ਾਹ ਸ਼ਾਹਜਹਾਨ ਵੀ ਚਿੰਤਾ 'ਚ ਪੈ ਗਿਆ। ਉਹਨੂੰ ਆਪਣੇ ਪੁੱਤਰਾਂ ਦਾ ਪਤਾ ਸੀ ਕਿ ਮੇਰਾ ਔਰੰਗਜ਼ੇਬ ਜੋ ਪੁੱਤਰ ਹੈ ਇਹ ਬੜਾ ਕਪਟੀ ਬੇਈਮਾਨ ਆਦਮੀ ਹੈ। ਜੇ ਇਹ ਆ ਗਿਆ ਦਿੱਲੀ ਤਾਂ ਇਹਨੇ ਪਿਓ ਵੀ ਨਹੀਂ ਦੇਖਣਾ, ਭਰਾ ਵੀ ਨਹੀਂ ਦੇਖਣੇ, ਇਹਨੇ ਬਹੁਤ ਤਬਾਹੀ ਮਚਾਣੀ ਹੈ। ਇਸ ਕਰਕੇ ਸੋ ਅਬ ਹਾਦਰ ਬਿਦ ਤੈ ਹੋਵਾ, ਸੋ ਜਿਹੜੀ ਗੱਲ ਦਾ ਡਰ ਸੀ ਨਾ, ਉਹ ਗੱਲ ਬਣ ਗਈ। ਔਰੰਗਜ਼ੇਬ ਤੋਂ ਹੀ ਖਤਰਾ ਸੀ ਤੇ ਔਰੰਗਜ਼ੇਬ ਨੇ ਹੀ ਬਗਾਵਤ ਦਾ ਝੰਡਾ ਚੁੱਕ ਲਿਆ ਤੇ ਉਹ ਦਿੱਲੀ ਨੂੰ ਆ ਰਿਹਾ ਹੈ, ਬਹੁਤ ਖਰਾਬ ਕਰੇਗਾ, ਬਹੁਤ ਬਰਬਾਦੀ ਕਰੇਗਾ। ਬਾਦਸ਼ਾਹ ਦੀ ਚਿੰਤਾ ਹੋਰ ਵੱਧ ਗਈ। ਇੱਕ ਤਾਂ ਬਿਮਾਰੀ ਨਾਲ ਹੀ ਮਰਿਆ ਪਿਆ ਸੀਗਾ, ਜਦੋਂ ਇਹ ਖਬਰ ਆਈ ਤਾਂ ਬਿਮਾਰੀ ਹੋਰ ਵੱਧ ਗਈ, ਗਸ਼ੀਆਂ ਪੈਣ ਲੱਗ ਪਈਆਂ ਸ਼ਾਹਜਹਾਨ ਨੂੰ। ਤੇ ਮੇਟਾ ਕਿਵੇਂ ਯਤਨ ਨ ਚੋਵਾ, ਕਹਿਣ ਲੱਗਾ ਉਹਦੀ ਬਗਾਵਤ ਨੂੰ ਕਿਵੇਂ ਮਿਟਾਈਏ, ਕਿਵੇਂ ਦਬਾਈਏ, ਕੋਈ ਯਤਨ ਨਜ਼ਰ ਨਹੀਂ ਆਉਂਦਾ। ਜਿਹੜਾ ਐਡਾ ਵੱਡਾ ਰਾਜਾ ਸੀਗਾ ਜਸਵੰਤ ਸਿੰਘ, ਉਹ ਹਾਰ ਗਿਆ ਹੈ, ਹੁਣ ਹੋਰ ਕਿਸ ਨੂੰ ਭੇਜੀਏ ਦੁਸ਼ਮਣ ਦਾ ਮੁਕਾਬਲਾ ਕਰਨ ਲਈ। ਡੇਰਾ ਹਟ ਹੈ ਆਗਰੇ ਹੋਏ, ਕਹਿਣ ਲੱਗੇ ਹੁਣ ਤਾਂ ਹੋਰ ਕੋਈ ਚਾਰਾ ਨਹੀਂ, ਵਾਪਸ ਆਗਰੇ ਚਲੀਏ। ਬਿਮਾਰੀ ਦਾ ਕਾਰਨ ਜਾਣ ਕੇ ਦਿੱਲੀ ਨੂੰ ਤੁਰਿਆ ਸੀਗਾ, ਪਰ ਬਾਦਸ਼ਾਹ ਨੂੰ ਦਿੱਲੀ ਜਾਣਾ ਨਸੀਬ ਨਹੀਂ ਹੋਇਆ, ਫਿਰ ਵਾਪਸ ਆਗਰੇ ਨੂੰ ਮੁੜ ਪਿਆ। ਦਾਰਾ ਸ਼ਿਕੋ ਨੇ ਆਖਿਆ, ਅੱਬਾ ਜੀ ਤੁਹਾਨੂੰ ਵਾਪਸ ਦਿੱਲੀ ਜਾਣਾ ਹੀ ਪੈਣਾ, ਆਗਰੇ ਜਾਣਾ ਪੈਣਾ। ਦਿੱਲੀ ਜਾਓਗੇ ਤੇ ਉਹ ਦੁਸ਼ਮਣ ਜਿਹੜਾ ਉਹ ਸਿਰ ਤੇ ਚੜ੍ਹ ਆਏਗਾ। ਆਗਰੇ ਬੈਠੋ ਤੁਸੀਂ,
ਤੇ ਫੇਰ ਥੋੜਾ ਜਿਹਾ ਡਰ ਹੋਵੇਗਾ ਵੀ ਉੱਥੇ ਬਾਦਸ਼ਾਹ ਰਾਹ 'ਚ ਬੈਠਾ ਹੈ। ਸ਼ਾਹ ਜਹਾਂ ਕੇ ਮਨ ਨਹਿ ਭਾਈ, ਪਰ ਬਾਦਸ਼ਾਹ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਉਹ ਕਹਿੰਦਾ ਮੈਂ ਦਿੱਲੀ ਜਾਣਾ ਹੈ। ਤਉ ਪੁੱਤਰ ਹਿਤ ਕਹਿ ਨ ਸਕਾਈ, ਪਰ ਪੁੱਤਰ ਦਾ ਮੋਹ, ਵੱਡੇ ਪੁੱਤਰ ਦਾ ਬਚਨ ਮੰਨਣਾ ਪਿਆ। ਰਾਜ ਦਾ ਮੋਹ ਹੈ, ਪ੍ਰਬੰਧ ਚਲਾਉਣਾ। ਸਾਧ ਸੰਗਤ ਜੀ, ਰਾਜਨੀਤੀ ਕਿਹੜੀ ਸੌਖੀ ਚੀਜ਼ ਹੈ, ਸੂਲਾਂ ਦੀ ਸੇਜ ਹੈ। ਆਪਾਂ ਤਾਂ ਕਹਿੰਦੇ ਹਾਂ ਵੀ ਰਾਜੇ ਲੋਕ ਬੜੇ ਸੁਖੀ ਹਨ, ਪਰ ਰਾਜਿਆਂ ਨੂੰ ਪੁੱਛ ਕੇ ਵੇਖੋ ਕੀ ਹਾਲ ਹੈ। ਇੱਕ ਸਾਡੇ ਵਰਗਾ ਬੰਦਾ, ਆਪਣੇ 2 ਬੱਚੇ ਨੇ, ਉਹਨਾਂ ਨੂੰ ਪਾਲਣ ਦੀ ਚਿੰਤਾ, ਹੋਰ ਤੇ ਕੋਈ ਟੈਨਸ਼ਨ ਨਹੀਂ। ਉਹਨੂੰ ਸਾਰੇ ਮੁਲਕ ਦੀਆਂ ਜ਼ਿੰਮੇਵਾਰੀਆਂ, ਕਈ ਤਰ੍ਹਾਂ ਦੀਆਂ ਮੁਸੀਬਤਾਂ, ਫਿਰ ਦੁਸ਼ਮਣਾਂ ਦੇ ਖਤਰੇ, ਹਰ ਪਾਸਿਓਂ ਖਤਰਾ। ਸੋ ਬਾਦਸ਼ਾਹ ਪੁੱਤਰ ਦੇ ਮੋਹ ਵਿੱਚ ਉਹਦੀ ਗੱਲ ਮੋੜ ਨਹੀਂ ਸਕਿਆ। ਹਟੇ ਅਕਬਰਾਬਾਦ ਨਗਰ ਕੋ, ਅਕਬਰਾਬਾਦ, ਆਗਰੇ ਦਾ ਇਹ ਨਾਂ ਅਕਬਰ ਬਾਦਸ਼ਾਹ ਨੇ ਰੱਖਿਆ ਸੀ। ਉਧਰ ਨੂੰ ਵਾਪਸ ਪਰਤ ਪਏ। ਤੋ ਬਾਦਕ ਲੈ ਜੰਮੂ ਸਗਰ ਕੋ, ਤੋਪਾਂ ਫੌਜਾਂ ਸਾਰੀਆਂ ਜਿਹੜੀਆਂ ਦਿੱਲੀ ਨੂੰ ਤੁਰੀਆਂ ਸੀਗੀਆਂ, ਫਿਰ ਮੁੜ ਪਈਆਂ। ਜਮਨਾ ਦੇ ਵਿਚਕਾਰ ਅੱਧੇ ਦਿੱਲੀ ਰਹਿ ਗਈ, ਅੱਧਾ ਆਗਰਾ। ਦੇਖੋ, ਨਸੀਬ ਨਹੀਂ ਹੋਇਆ ਦਿੱਲੀ ਪਹੁੰਚਣਾ। ਉਸ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਨਿਆਰੇ ਹੈ ਸਾਧ ਸੰਗਤ ਜੀ। ਉਹ ਪਤਾ ਨਹੀਂ ਕੀ ਕਰ ਦਵੇ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਪਾਤਸ਼ਾਹ ਤੋਂ ਭੀਖ ਮੰਗਾਉਂਦਾ ਈ। ਉਹਦੇ ਅੱਗੇ ਕੋਈ ਹੁਕਮ ਨਹੀਂ ਕਿਸੇ ਦਾ, ਕਿਸੇ ਦੀ ਸਿਆਣਪ ਨਹੀਂ, ਕਿਸੇ ਦਾ ਜ਼ੋਰ ਨਹੀਂ। ਜੋ ਉਹਨੂੰ ਮਨਜ਼ੂਰ ਹੁੰਦਾ। ਬਾਦਸ਼ਾਹ ਆਪਣੇ ਵੱਲੋਂ ਪੂਰੀ ਜਿੱਦ ਕਰਕੇ ਵੀ ਮੈਨੂੰ ਦਿੱਲੀ ਲੈ ਚੱਲੋ, ਆਗਰੇ ਤੋਂ ਤੁਰ ਪਿਆ ਸੀ, ਪਰ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ। ਵਾਪਸ ਰਸਤੇ ਵਿੱਚੋਂ ਹੀ ਆਗਰੇ ਨੂੰ ਚੱਲ ਪਿਆ। 3 ਦਿਵਸ ਮਹਿ ਪੁਨ ਚਲ ਆਏ, ਜਿੰਨਾ 3 ਦਿਨ ਦਾ ਸਫ਼ਰ ਕਰਕੇ ਅੱਧ ਪਚੱਦੇ ਆਏ ਸੀ, ਓਨਾ ਹੀ 3 ਦਿਨ ਦਾ ਸਫ਼ਰ ਕਰੇ ਵਾਪਸ ਆਗਰੇ ਜਾ ਪਹੁੰਚੇ। ਟਿਕੇ ਆਗਰੇ ਸਿਵਰ ਲਗਾਏ, ਆਗਰੇ 'ਚ ਫਿਰ ਛਾਉਣੀਆਂ ਪੈ ਗਈਆਂ। ਆਗਰੇ ਵਿੱਚ, ਕਿਉਂਕਿ ਦਿੱਲੀ ਤੇ ਆਗਰਾ ਦੋਵੇਂ ਰਾਜਧਾਨੀ ਰਹੀਆਂ ਹਨ। ਇਹ ਬਾਦਸ਼ਾਹ ਕਦੀ ਦਿੱਲੀ ਰਹਿ ਜਾਂਦਾ ਸੀ, ਕਦੀ ਆਗਰੇ। ਹੁਣ ਜਦੋਂ ਆਗਰੇ ਆ ਕੇ ਬੈਠ ਗਿਆ, ਮੌਜੂਦਾਤ ਲੀਨ ਸਭਨੇ ਕੀ, ਉਥੇ ਉਸਨੇ ਸਾਰੇ ਅਫਸਰ ਸੱਦੇ, ਸਾਰੇ ਜਰਨੈਲ, ਫੌਜੀ ਜਰਨਲ, ਕਰਨਲ, ਫੌਜਾਂ ਦੀ ਗਿਣਤੀ, ਤੋਪਚੀ, ਸਾਰਾ ਜੋ ਵੀ ਸੈਨਾ ਦਾ ਸਿਸਟਮ ਸੀ, ਉਹਦੀ ਸਾਰੀ ਹਾਜ਼ਰੀ ਦੁਬਾਰਾ ਲਈ। ਸਾਰਿਆਂ ਨੂੰ ਚੈੱਕ ਕੀਤਾ ਵੀ ਕੋਈ ਚੀਜ਼ ਦੀ ਕਮੀ ਤਾਂ ਨਹੀਂ। ਜੇ ਮੰਨ ਲਓ ਲੜਾਈ ਹੋ ਹੀ ਜਾਂਦੀ ਹੈ, ਹੋਣੀ ਹੈ, ਤਾਂ ਦਿਸਦਾ ਹੀ ਪਿਆ ਵੀ ਜੇ ਔਰੰਗਜ਼ੇਬ ਤੁਰ ਪਿਆ ਹੈ ਤੇ ਉਹ ਆਗਰੇ ਵੱਲ ਆਵੇਗਾ, ਉਹਨੂੰ ਰਸਤੇ 'ਚ ਰੋਕਣਾ ਹੈ। ਹੁਣ ਕੌਣ ਰੋਕੇਗਾ ਉਹਨੂੰ? ਇਹ ਸਾਰੀ ਵਿਚਾਰ ਕਰਦੇ ਹਨ। ਕਰ ਬਖਸ਼ੀਸ਼ ਜਰਾਓ ਸੋ ਧਨ ਕੀ, ਕਹਿੰਦੇ ਉਹ ਵੱਡੇ ਅਫਸਰਾਂ ਨੂੰ ਬੁਲਾਇਆ। ਉਹਨਾਂ ਨੂੰ ਕਿਸੇ ਨੂੰ 10,000 ਕਿਸੇ ਨੂੰ 5,000 ਖਿਤਾਬ ਬਖਸ਼ੇ ਗਏ। ਫਿਰ ਉਹਨਾਂ ਨੂੰ ਪੈਸੇ ਨਾਲ ਵੀ, ਕਿਸੇ ਨੂੰ 2 ਲੱਖ, ਕਿਸੇ ਨੂੰ 5 ਲੱਖ, ਕਿਸੇ ਨੂੰ 10 ਲੱਖ ਦੀ ਜਗੀਰ ਦਿੱਤੀ, ਕਿਸੇ ਨੂੰ ਹੀਰੇ ਮੋਤੀ ਸੋਨੇ ਚਾਂਦੀ ਦੇ ਜੜੇ ਗਹਿਣੇ ਦਿੱਤੇ, ਕਿਸੇ ਨੂੰ ਕੀਮਤੀ ਸ਼ਸਤਰ ਬਸਤਰ ਸਰੋਪੇ ਤੇ ਖਿਲਤ ਦੇ ਕੇ ਬਾਦਸ਼ਾਹ ਨੇ ਉਹਨਾਂ ਦੇ ਹੌਸਲੇ ਬੁਲੰਦ ਕੀਤੇ ਵੀ ਇਹ ਮੇਰੇ ਵੱਲੋਂ ਹੋ ਕੇ ਲੜਨਗੇ। ਹਾਂਜੀ, ਜਿਸ ਪਹਿ ਜੋ ਨਹ ਸੋ ਤਹ ਦੀਨਸ, ਔਰ ਜਿਹਦੇ ਕੋਲ ਜੋ ਚੀਜ਼ ਦੀ ਕਮੀ ਸੀ ਉਹ ਵੀ ਉਹਨੂੰ ਦਿੱਤੀ। ਕਿਉਂਕਿ ਫੌਜੀਆਂ ਕੋਲ ਕਈ ਵਾਰੀ ਘੋੜਿਆਂ ਦੀ ਕਾਠੀਆਂ ਟੁੱਟੀਆਂ ਹੁੰਦੀਆਂ, ਕਈ ਵਾਰੀ ਰਕਾਬਾਂ, ਕਈ ਵਾਰੀ ਸ਼ਸਤਰ ਦੀ ਕਮੀ ਹੁੰਦੀ, ਕਿਸੇ ਦੀ ਵਰਦੀ ਪੁਰਾਣੀ ਹੁੰਦੀ। ਉਹ ਵੀ ਫੌਜ ਦਾ ਸਾਰਾ ਬੰਦੋਬਸਤ, ਸ਼ਸਤਰ ਬਸਤਰ, ਘੋੜੇ ਸਭ ਨੂੰ ਵੰਡੇ ਗਏ ਹਨ। ਆਰਾ ਸਤ ਲਸ਼ਕਰ ਸਭ ਕੀਨਸ, ਸਾਰੇ ਲਸ਼ਕਰ ਨੂੰ ਆਰਾਸਤ ਕੀਤਾ, ਭਾਵ ਸਾਰੇ ਲਸ਼ਕਰ ਨੂੰ ਤਿਆਰ ਕੀਤਾ ਵੀ ਜੇ ਹੁਣ ਔਰੰਗਜ਼ੇਬ ਆਵੇਗਾ ਤੇ ਉਹਦਾ ਆਪਾਂ ਮੁਕਾਬਲਾ ਕਿੱਥੇ ਕਰਨਾ, ਕਿਵੇਂ ਕਰਨਾ। ਮੋਰਚੇਬੰਦੀ ਦੀ ਵਿਚਾਰ ਕੀਤੀ ਹੈ। ਮਿਲੇ ਆਨਜੇ ਤੱਕ ਉਮਰਾਵ, ਔਰ ਜਿੰਨੇ ਵੀ ਉਮਰਾਵ ਸਨ, ਜਿੰਨੇ ਵੀ ਆਫੀਸਰ ਸਨ, ਉਹ ਸਾਰੇ ਆ ਕੇ ਮਿਲੇ ਹਨ। ਨਿਜ ਨਿਜ ਲੈ ਕਰ ਸੰਗ ਪ੍ਰਭਾਵ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਸਾਰਿਆਂ ਨਾਲ ਸਲਾਹ ਕੀਤੀ ਗਈ ਕਿਵੇਂ ਇਹ ਔਰੰਗਜ਼ੇਬ ਤੇ ਦਾਰਾ ਸ਼ਿਕੋਹ ਦਾ ਹੁਣ ਜੰਗ ਛਿੜੇਗਾ। ਮੇਨ ਤਾਂ ਇਹੀ ਹੈ, ਕਿਉਂਕਿ ਔਰੰਗਜ਼ੇਬ ਨੇ ਹੀ ਆ ਕੇ ਕਬਜ਼ਾ ਕਰਨਾ ਹੈ ਤੇ ਉਹਦਾ ਹੀ ਗੁਰੂ ਘਰ ਦੇ ਨਾਲ ਵਿਗਾੜ ਪੈਣਾ ਹੈ। ਇਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਸ ਕਰਕੇ ਲਿਖ ਰਹੇ ਨੇ। ਕਈ ਪ੍ਰੇਮੀਆਂ ਨੂੰ ਸ਼ੰਕਾ ਹੁੰਦਾ ਵੀ ਇਹ ਬਾਦਸ਼ਾਹਾਂ ਦੀ ਕਥਾ ਵਿੱਚ ਕਿੱਥੋਂ ਆ ਗਈ। ਸਾਧ ਸੰਗਤ ਜੀ, ਕਿਉਂਕਿ ਕੋਈ ਵੀ ਮਹਾਂਪੁਰਸ਼ ਅਵਤਾਰ ਗੁਰੂ ਦਾ ਇਤਿਹਾਸ ਜਦੋਂ ਚੱਲਦਾ, ਉਹ ਵਰਤਮਾਨ ਸਰਕਾਰਾਂ ਦੇ ਨਾਲ ਉਹਨਾਂ ਦੀ ਟੱਕਰ ਵੀ ਹੁੰਦੀ ਹੈ ਤੇ ਉਹਨਾਂ ਦੇ ਹਾਲਾਤ ਜੇ ਪੂਰੇ ਨਾ ਸਮਝ ਆਉਣ ਤੇ ਇਤਿਹਾਸ ਦੀ ਕਹਾਣੀ ਪੂਰੀ ਸਮਝ ਨਹੀਂ ਆਉਂਦੀ। ਇਸ ਕਰਕੇ ਕਵੀ ਜੀ ਨੇ ਬੜੀ ਬਰੀਕੀ ਨਾਲ ਇਤਿਹਾਸ ਲਿਖਿਆ ਹੈ
ਔਰ ਫਾਲਤੂ ਫੈਲਾ ਨਹੀਂ ਕੀਤਾ। ਜਿੰਨੀ ਲੋੜ ਸੀ ਉਨੀ ਗੱਲ ਦੱਸਣੀ ਜ਼ਰੂਰੀ ਹੈ। ਹਾਂ, ਜਿੱਥੇ ਗੁਰੂ ਮਹਾਰਾਜ ਦਾ ਇਤਿਹਾਸ ਆਵੇਗਾ ਉੱਥੇ ਉਹ ਬੜਾ ਵਿਸਥਾਰ ਨਾਲ ਦੱਸਣਗੇ। ਇਹ ਤਾਂ ਜਿੰਨੀ ਗੱਲ ਜ਼ਰੂਰਤ ਹੈ ਉਹ ਟੂਕ ਮਾਤਰ ਨਾਲ ਦੱਸੀ ਜਾ ਰਹੇ ਨੇ। ਕੁਝ ਦਿਨ ਇਹ ਕਥਾ ਇਸੇ ਤਰ੍ਹਾਂ ਚੱਲੇਗੀ। ਫਿਰ ਗੁਰੂ ਘਰ ਦਾ ਕਿਵੇਂ, ਕਿਉਂਕਿ ਦਰਿਆ ਬਿਆਸਾ ਦੇ ਉੱਤੇ ਗੋਇੰਦਵਾਲ ਸਾਹਿਬ ਇਹ ਦੋਵੇਂ ਫੌਜਾਂ ਨੂੰ ਫਿਰ ਆਪਸ ਵਿੱਚ ਨੇੜਤਾ ਹੋਈ ਸੀ। ਦਾਰਾ ਸ਼ਿਕੋਹ ਦੀ ਮਦਦ ਸਤਿਗੁਰਾਂ ਨੇ ਕੀਤੀ ਸੀ ਅਤੇ ਔਰੰਗਜ਼ੇਬ ਦੀਆਂ ਫੌਜਾਂ ਦੇ ਲਈ ਜਿਹੜਾ ਬੇੜੀਆਂ ਦਾ ਪੁਲ ਸੀ ਉਹ ਤੋੜ ਦਿੱਤਾ ਸੀ। ਉੱਥੋਂ ਫਿਰ ਇਹ ਗੁਰੂ ਘਰ ਦਾ ਵਿਰੋਧੀ ਬਣ ਗਿਆ ਸੀ। ਅੱਗੇ ਕਥਾ ਆਵੇਗੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੂਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਧੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ